Hi, this is Ishan Agarwal from Malerkola. I hope you all are doing well. सो ਅੱਜ ਆਪਾਂ ਸ਼ੁਰੂ ਕਰਾਂਗੇ ਇਕਨੋਮਿਕਸ ਦਾ ਟੌਪਿਕ ਨੈਸ਼ਨਲ ਇਨਕਮ, ਜੋ ਕਿ ਬਹੁਤ ਇੰਪੋਰਟੈਂਟ ਟੌਪਿਕ ਹੈ। ਸਾਰੇ ਐਗਜ਼ਾਮ 'ਚ ਇਹਦੇ ਰਿਲੇਟਿਡ ਡਾਇਰੈਕਟ ਕੁਐਸਚਨ ਪੁੱਛੇ ਜਾਂਦੇ ਨੇ ਕਿ ਜੀਡੀਪੀ ਕੀ ਹੁੰਦਾ, ਨੈਸ਼ਨਲ ਇਨਕਮ ਕੀ ਹੁੰਦਾ, ਅਤੇ ਇਹਦੀਆਂ ਕੁਝ ਟਰਮਸ ਆਪਾਂ ਅੱਜ ਪੜ੍ਹਾਂਗੇ ਇਹ ਵਾਲੀ ਵੀਡੀਓ 'ਚ, ਜੋ ਕਿ ਬਹੁਤ ਇੰਪੋਰਟੈਂਟ ਹੈ। ਉਹ ਟਰਮਸ ਪੜ੍ਹਨ ਤੋਂ ਬਾਅਦ ਤੁਹਾਨੂੰ ਜੀਡੀਪੀ, ਜੀਐਨਪੀ, ਨੈਸ਼ਨਲ ਇਨਕਮ ਸਾਰੀ ਟਰਮਸ ਦਾ ਜਿਹੜਾ ਮਤਲਬ ਹੈ ਉਹ ਬਹੁਤ ਆਸਾਨੀ ਨਾਲ ਯਾਦ ਹੋ ਜਾਊਗਾ ਐਂਡ ਤੁਸੀਂ ਐਗਜ਼ਾਮ ਦੇ ਵਿੱਚ ਉਸ ਦੇ ਰਿਲੇਟਿਡ ਕੋਈ ਵੀ ਅਗਰ ਕੁਐਸਚਨ ਆਊਗਾ ਤੁਸੀਂ ਆਸਾਨੀ ਨਾਲ ਅਟੈਂਪਟ ਕਰ ਸਕੋਗੇ। ਇਹ ਵੀਡੀਓ ਅੱਜ ਹੈ ਬੇਸਿਕ ਟਰਮਸ ਦੇ ਉੱਪਰ ਹੈ, ਸੋ ਆਪਾਂ ਕੁਝ ਬੇਸਿਕ ਟਰਮਸ ਪੜ੍ਹਾਂਗੇ ਅੱਜ ਇਹ ਵਾਲੀ ਵੀਡੀਓ 'ਚ। ਇਸ ਤੋਂ ਬਾਅਦ ਮੈਂ ਤੁਹਾਨੂੰ ਪੜ੍ਹਾਊਂਗਾ ਇਹਦਾ ਨੈਕਸਟ ਪਾਰਟ, ਅਤੇ ਉਸ ਤੋਂ ਬਾਅਦ ਜਦੋਂ ਆਪਣੇ ਜਿੰਨੇ ਵੀ ਟਰਮਸ ਹੈ ਉਹ ਖਤਮ ਹੋ ਗਈਆਂ ਫਿਰ ਆਪਾਂ ਸ਼ੁਰੂ ਕਰਾਂਗੇ ਇਹਦੇ MCQ। ਸੋ ਅੱਜ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਰਿਕੁਐਸਟ ਕਰਨਾ ਚਾਹੂੰਗਾ, ਜੋ ਸਟੂਡੈਂਟ ਨੇ ਹਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੀ ਉਹਨਾਂ ਤੋਂ ਰਿਕੁਐਸਟ ਹੈ ਕਿ ਇਹਨੂੰ ਸਬਸਕ੍ਰਾਈਬ ਕਰ ਲਓ ਐਂਡ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦੀ ਰਹੇ। ਸੋ ਅੱਜ ਆਪਣਾ ਲੈਕਚਰ ਸਟਾਰਟ ਕਰਦੇ ਹਾਂ, ਦੇਖਦੇ ਹਾਂ ਆਪਾਂ ਕੀ ਕੁਝ ਪੜ੍ਹਾਂਗੇ। ਇਹ ਕੁਝ ਬੇਸਿਕ ਟਰਮ ਹੈ ਜੋ ਅੱਜ ਆਪਾਂ ਵੀਡੀਓ ਦੇ ਵਿੱਚ ਕਵਰ ਕਰਾਂਗੇ ਕਿ ਸਰਕੂਲਰ ਫਲੋ ਆਫ ਇਨਕਮ ਕੀ ਹੁੰਦਾ, ਡੋਮੈਸਟਿਕ, ਨੈਸ਼ਨਲ, ਫੈਕਟਰ ਇਨਕਮ, ਟਰਾਂਸਫਰ ਇਨਕਮ, ਫਾਈਨਲ ਗੁਡਸ, ਇੰਟਰਮੀਡੀਏਟ ਗੁਡਸ, ਕੰਜ਼ੰਪਸ਼ਨ ਗੁਡਸ, ਕੈਪੀਟਲ ਗੁਡਸ, ਗ੍ਰॉस ਇਨਵੈਸਟਮੈਂਟ, ਨੈਟ ਇਨਵੈਸਟਮੈਂਟ, ਡੈਪਰੀਸ਼ੀਏਸ਼ਨ, ਨੈਟ ਫੈਕਟਰ ਇਨਕਮ ਫਰੋਮ ਅਬਰੋਡ, ਨੈਟ ਇਨਡਾਇਰੈਕਟ ਟੈਕਸ, ਫੈਕਟਰ ਕਾਸਟ ਅਤੇ ਮਾਰਕੀਟ ਪ੍ਰਾਈਸ। ਇਹ ਸਭ ਕੀ ਹੁੰਦਾ ਹੈ, ਅਤੇ ਇਹੀ ਜਿਹੜੀਆਂ ਟਰਮਸ ਹੈ ਇਹਨਾਂ ਨੂੰ ਮਿਲਾ ਕੇ ਹੀ ਜਿਹੜਾ ਆਪਣਾ GDP ਹੁੰਦਾ ਹੈ, GNP ਹੁੰਦਾ ਹੈ, ਉਹ ਸਾਰਾ ਕੁਝ ਬਣਦਾ ਹੈ। ਸੋ ਆਪਾਂ ਦੇਖਦੇ ਹਾਂ ਫਸਟ ਟਰਮ ਤੋਂ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਤੁਹਾਡੇ ਰਾਈਟ ਸਾਈਡ 'ਤੇ ਇੱਕ ਸਰਕੂਲਰ ਫਲੋ ਆਫ ਇਨਕਮ ਦਾ ਮੈਨੇ ਚਾਰਟ ਬਣਾਇਆ ਹੋਇਆ ਹੈ। ਇਹ ਸਾਈਕਲ 'ਚ ਕੀ ਹੈ, ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ, ਪ੍ਰੋਡਕਸ਼ਨ ਕਰਦੇ ਹਾਂ। ਜਦੋਂ ਤੁਹਾਨੂੰ ਇਨਕਮ ਜਨਰੇਟ ਕਰਨੀ ਹੁੰਦੀ ਹੈ ਤਾਂ ਤੁਸੀਂ ਸਭ ਤੋਂ ਪਹਿਲੀ ਐਕਟੀਵਿਟੀ ਕੀ ਕਰਦੇ ਹੋ, ਪ੍ਰੋਡਕਸ਼ਨ ਕਰਦੇ ਹੋ। ਜਦੋਂ ਤੁਸੀਂ ਕੋਈ ਗੁਡਸ ਪ੍ਰੋਡਿਊਸ ਕਰ ਲੈਂਦੇ ਹੋ, ਉਹਨੂੰ ਜਦੋਂ ਤੁਸੀਂ ਵੇਚਦੇ ਹੋ ਤਾਂ ਤੁਹਾਡੇ ਕੋਲ ਕੀ ਆਉਂਦੀ ਹੈ, ਮਨੀ ਆਉਂਦੀ ਹੈ ਨਾ, ਇਨਕਮ ਦੀ ਫਾਰਮ 'ਚ। ਫਿਰ ਜਦੋਂ ਤੁਹਾਡੇ ਹੱਥ 'ਚ ਅਗਰ ਪੈਸਾ ਆ ਜਾਂਦਾ ਤੁਸੀਂ ਉਹ ਪੈਸੇ ਨਾਲ ਕੀ ਕਰਦੇ ਹੋ, ਤੁਸੀਂ ਉਹਨੂੰ ਖਰਚ ਕਰਦੇ ਹੋ ਆਪਣੀ ਬੇਸਿਕ ਨੀਡਸ ਨੂੰ ਪੂਰੀ ਕਰਨ ਲਈ। ਜਦੋਂ ਤੁਸੀਂ ਉਹਨੂੰ ਬੇਸਿਕ ਨੀਡਸ ਨੂੰ ਪੂਰੀ ਕਰਨ ਲਈ ਉਹਨੂੰ ਖਰਚ ਕਰਦੇ ਹੋ ਤਾਂ ਫਿਰ ਕੀ ਹੁੰਦਾ, ਮਾਰਕੀਟ ਦੇ ਵਿੱਚ ਡਿਮਾਂਡ ਕ੍ਰੀਏਟ ਹੋ ਜਾਂਦੀ ਹੈ ਕੋਈ ਚੀਜ਼ ਨੂੰ ਲੈ ਕੇ। ਸਪੋਜ਼ ਕਰੋ ਤੁਹਾਨੂੰ ਕੋਈ ਫ਼ੋਨ ਚਾਹੀਦਾ ਤਾਂ ਫ਼ੋਨ ਦੀ ਡਿਮਾਂਡ ਕ੍ਰੀਏਟ ਹੋ ਗਈ ਕਿਉਂਕਿ ਤੁਹਾਨੂੰ ਉਹ ਚਾਹੀਦਾ, ਅਤੇ ਫ਼ੋਨ ਜਦੋਂ ਮਾਰਕੀਟ ਦੇ ਵਿੱਚ ਅਵੇਲੇਬਲ ਨਹੀਂ ਹੋਊਗਾ ਤਾਂ ਕੰਪਨੀ ਨੂੰ ਕੀ ਕਰਨਾ ਪਊਗਾ, ਦੁਬਾਰਾ ਤੋਂ ਪ੍ਰੋਡਕਸ਼ਨ ਸਟਾਰਟ ਕਰਨੀ ਪਊਗੀ, ਜਿਸ ਨਾਲ ਇਹ ਜਿਹੜਾ ਸਾਈਕਲ ਹੈ ਚੱਲਦਾ ਰਹਿੰਦਾ ਹੈ। ਇਕੋਨਮੀ 'ਚ ਇਹ ਸਾਈਕਲ ਕਦੇ ਵੀ ਰੁਕਦਾ ਨਹੀਂਗਾ ਇਨਕਮ ਜਨਰੇਟ ਕਰਨ ਲਈ। ਸੋ ਇਹ ਨੈਵਰ ਐਂਡਿੰਗ ਪ੍ਰੋਸੈਸ ਹੁੰਦਾ, ਨੈਵਰ ਐਂਡਿੰਗ ਸਾਈਕਲ ਹੈ ਇੱਕ। ਸੋ ਆਪਾਂ ਪੜ੍ਹਦੇ ਹਾਂ ਕੀ ਲਿਖਿਆ ਹੋਇਆ ਆਪਾਂ ਨੇ। The curve shows production of goods and services cause generation of income. Generation of income cause expenditure in the economy. Expenditure cause more demand in the economy which leads to more production once again. So ਇਹੀ ਸਾਈਕਲ ਘੁੰਮ ਰਿਹਾ, ਪ੍ਰੋਡਕਸ਼ਨ ਤੋਂ ਬਾਅਦ ਇਨਕਮ, ਇਨਕਮ ਤੋਂ ਬਾਅਦ ਐਕਸਪੈਂਡੀਚਰ, ਅਤੇ ਐਕਸਪੈਂਡੀਚਰ ਤੋਂ ਬਾਅਦ ਦੁਬਾਰਾ ਤੋਂ ਫਿਰ ਕੀ ਆ ਗਿਆ, ਪ੍ਰੋਡਕਸ਼ਨ। ਸੋ again there is generation of income and generation of expenditure. The flow of production and income expenditure from a circulatory with no beginning or an end. So ਇਹ ਸਾਈਕਲ ਦੀ ਕੋਈ ਬਿਗਨਿੰਗ ਨਹੀਂ ਹੈਗੀ, ਕੋਈ ਐਂਡ ਨਹੀਂ ਹੈਗਾ। ਤੁਸੀਂ ਇੱਥੋਂ ਵੀ ਸ਼ੁਰੂ ਕਰ ਸਕਦੇ ਹੋ, ਤੁਸੀਂ ਇਨਕਮ ਤੋਂ ਵੀ ਸ਼ੁਰੂ ਕਰ ਸਕਦੇ ਹੋ, ਜਾਂ ਤੁਸੀਂ ਪ੍ਰੋਡਕਸ਼ਨ ਤੋਂ ਵੀ ਸ਼ੁਰੂ ਕਰ ਸਕਦੇ ਹੋ। ਕਿਉਂਕਿ ਹੁਣ ਤੁਹਾਡਾ ਆਪਣਾ ਪੁਆਇੰਟ ਆਫ ਵਿਊ ਹੈ, ਤੁਹਾਡੇ ਕੋਲ ਇਨਕਮ ਹੈਗੀ ਹੈ, ਤੁਸੀਂ ਖਰਚ ਕੀਤਾ, ਫਿਰ ਪ੍ਰੋਡਕਸ਼ਨ ਹੋਊਗੀ। ਜਾਂ ਤੁਸੀਂ ਐਂ ਸੋਚ ਸਕਦੇ ਹੋ ਪਹਿਲਾਂ ਪ੍ਰੋਡਕਸ਼ਨ ਹੋ ਗਈ, ਫਿਰ ਤੁਸੀਂ ਮਾਰਕੀਟ 'ਚ ਵੇਚਿਆ ਉਹਨੂੰ, ਫਿਰ ਇਨਕਮ ਜਨਰੇਟ ਹੋ ਗਈ, ਫਿਰ ਤੁਹਾਨੂੰ ਖਰਚਾ ਕਰਤਾ। ਸੋ ਇਹ ਪ੍ਰੋਸੈਸ ਐਂ ਹੀ ਚੱਲਦਾ ਰਹੂਗਾ, ਲੇਕਿਨ ਇਹਦਾ ਕੋਈ ਵੀ ਬਿਗਨਿੰਗ ਜਾਂ ਐਂਡ ਪੁਆਇੰਟ ਨਹੀਂ ਹੈਗਾ। ਦੈਟ ਇਜ਼ ਦਾ ਰੀਜ਼ਨ ਇਟ ਇਜ਼ ਕਾਲਡ ਸਰਕੂਲਰ ਫਲੋ। ਇਹੀ ਰੀਜ਼ਨ ਹੈ ਕਿ ਇਹ ਜਿਹੜਾ ਹੈ ਸਰਕੂਲਰ ਫਲੋ ਕਰਨੇ ਆਪਾਂ ਇਨਕਮ ਦੇ ਫਲੋ ਨੂੰ ਜਿਹੜਾ ਹੁੰਦਾ। ਹੁਣ ਆਪਾਂ ਪੜ੍ਹਾਂਗੇ ਡੋਮੈਸਟਿਕ। ਡੋਮੈਸਟਿਕ ਇਨਕਮ, ਤੁਸੀਂ ਵਰਡ ਸੁਣਿਆ ਹੋਊਗਾ ਡੋਮੈਸਟਿਕ। ਡੋਮੈਸਟਿਕ ਤੋਂ ਜਿਵੇਂ ਪਤਾ ਲੱਗਦਾ, ਡੋਮੈਸਟਿਕ ਤੋਂ ਹੁੰਦਾ ਕਿ ਲੋਕਲ। ਹੁਣ ਦੇਖੋ ਆਹ ਇੰਡੀਆ ਬਣਿਆ ਹੋਇਆ, ਇਹ ਆਸਟ੍ਰੇਲੀਆ। ਹੁਣ ਆਪਾਂ ਡੋਮੈਸਟਿਕ ਇਨਕਮ 'ਚ ਕੀ ਕੁਛ ਇਨਕਲੂਡ ਕਰਦੇ ਹਾਂ, ਇਸ 'ਚ ਮੈਂ ਤੁਹਾਨੂੰ ਕਲੀਅਰ ਕਰੂੰਗਾ। ਜੋ ਗੁਡਸ ਐਂਡ ਸਰਵਿਸਿਜ਼ ਪ੍ਰੋਡਿਊਸ ਕੀਤੀ ਜਾਂਦੀ ਹੈ ਇੰਡੀਅਨ ਲੋਕਾਂ ਦੇ ਦੁਆਰਾ ਇੰਡੀਆ ਦੇ ਵਿੱਚ ਰਹਿ ਕੇ ਹੀ, ਉਹਨੂੰ ਆਪਾਂ ਡੋਮੈਸਟਿਕ ਇਨਕਮ ਦੇ ਵਿੱਚ ਕਾਊਂਟ ਕਰਦੇ ਹਾਂ। ਹੁਣ ਦੇਖੋ ਕਿਸੇ ਜਗ੍ਹਾ 'ਤੇ ਇੰਡੀਆ 'ਚ ਸਪੋਜ਼ ਕਰੋ ਹਿਮਾਚਲ 'ਚ ਗੁੱਡ ਪ੍ਰੋਡਿਊਸ ਹੋ ਰਹੀ ਹੈ, ਕੋਈ ਗੁਜਰਾਤ 'ਚ ਹੋ ਰਹੀ ਹੈ, ਕੋਈ ਸਾਊਥ 'ਚ ਹੋ ਰਹੀ ਹੈ ਜਾ ਕੇ। ਸੋ ਇਹ ਸਾਰੇ ਜਿਹੜਾ ਪਾਰਟ ਹੈ ਇਹ GDP ਦਾ ਪਾਰਟ ਹੋ ਗਿਆ, ਜਿਹੜਾ ਇੰਡੀਆ ਦੇ ਵਿੱਚ ਕੁਝ ਵੀ ਪ੍ਰੋਡਿਊਸ ਹੋ ਰਿਹਾ। ਹੁਣ ਸਪੋਜ਼ ਕਰੋ ਇੰਡੀਆ ਦੀ ਕੋਈ ਕੰਪਨੀ ਹੈ, XYZ ਕੰਪਨੀ ਹੈ, ਉਹ ਆਸਟ੍ਰੇਲੀਆ 'ਚ ਉਹਨਾਂ ਨੇ ਆਪਣਾ ਪਲਾਂਟ ਲਗਾਇਆ, ਉਹਨਾਂ ਨੇ ਇਨਵੈਸਟਮੈਂਟ ਕੀਤੀ ਆਸਟ੍ਰੇਲੀਆ ਦੇ ਵਿੱਚ ਜਾ ਕੇ, ਉਹਨਾਂ ਨੇ ਆਪਣਾ ਇੱਕ ਪਲਾਂਟ ਲਗਾਇਆ ਅਤੇ ਉੱਥੇ ਵੀ ਇਨਕਮ ਜਨਰੇਟ ਕਰਨੀ ਸ਼ੁਰੂ ਕਰਤੀ। ਹੁਣ ਤੁਸੀਂ ਦੱਸੋ ਜਦੋਂ ਉਹ ਉੱਥੇ ਇਨਕਮ ਜਨਰੇਟ ਕਰੂਗੀ ਕੰਪਨੀ, ਜਿਹੜੀ ਕੰਪਨੀ ਸੇਮ ਇੰਡੀਆ 'ਚ ਹੈ, ਕਿ ਆਪਾਂ ਉਹਨੂੰ ਆਪਣੀ ਡੋਮੈਸਟਿਕ ਇਨਕਮ ਦਾ ਪਾਰਟ ਮੰਨਾਂਗੇ? ਨਹੀਂ, ਕਿਉਂਕਿ ਡੋਮੈਸਟਿਕ ਇਨਕਮ ਆਪਾਂ ਉਹੀ ਮੰਨਾਂਗੇ ਜਿਹੜੀ ਇੰਡੀਆ ਦੀ ਬਾਊਂਡਰੀ ਦੇ ਵਿੱਚ ਰਹਿ ਕੇ ਲੋਕਾਂ ਨੇ ਪ੍ਰੋਡਿਊਸ ਕੀਤੀ ਹੋਊਗੀ। ਜਿਹੜੀ XYZ ਕੰਪਨੀ ਆਪਣੀ ਆਸਟ੍ਰੇਲੀਆ ਦੇ ਵਿੱਚ ਜਾ ਕੇ ਕੁਝ ਪ੍ਰੋਡਿਊਸ ਕਰੂਗੀ, ਉਹ ਇਨਕਮ ਆਪਾਂ ਆਸਟ੍ਰੇਲੀਆ ਦੀ GDP 'ਚ ਕਾਊਂਟ ਕਰਾਂਗੇ।
ਸਮਝ ਲੱਗਿਆ ਪੁਆਇੰਟ। ਹੁਣ ਐਵੇਂ ਹੀ ਅਗਰ ਆਸਟ੍ਰੇਲੀਆ ਦੀ ਕੋਈ ਕੰਪਨੀ ਅਗਰ ਇੰਡੀਆ ਦੇ ਵਿੱਚ ਆ ਕੇ ਇਨਕਮ ਜਨਰੇਟ ਕਰਦੀ ਹੈ ਤਾਂ ਉਹ ਆਪਾਂ ਇਨਕਮ ਇੰਡੀਆ ਦੀ ਮੰਨਾਂਗੇ, ਇੰਡੀਆ ਦੀ GDP ਦੇ ਵਿੱਚ ਉਹਨੂੰ ਆਪਾਂ ਕਾਊਂਟ ਕਰਾਂਗੇ। ਸੋ ਆਈ ਹੋਪ ਤੁਹਾਨੂੰ ਡੋਮੈਸਟਿਕ ਦਾ ਇਹ ਕਨਸੈਪਟ ਕਲੀਅਰ ਹੋ ਗਿਆ ਹੋਊਗਾ। ਇਹ ਜਿਹੜਾ ਮੈंने ਡੀ ਲਿਖਿਆ ਇਹ ਕੋਈ ਵਜ੍ਹਾ ਕਰਕੇ ਲਿਖਿਆ ਹੈ, ਕਿਉਂਕਿ ਆਪਾਂ ਜਦੋਂ GDP ਲਿਖਦੇ ਹਾਂ ਜਿਹੜਾ ਇਹ ਡੀ ਹੈ ਇਹ ਡੋਨੇਟ ਕਰਦਾ ਡੋਮੈਸਟਿਕ ਨੂੰ, ਤੇ ਜਦੋਂ ਆਪਾਂ N ਲਿਖਦੇ ਹਾਂ GNP ਇਹ ਡੋਨੇਟ ਕਰਦਾ ਨੈਸ਼ਨਲ ਨੂੰ। ਸੋ ਇਸ ਲਈ ਇਹ ਟਰਮਸ ਤੁਸੀਂ ਯਾਦ ਰੱਖਣੀ ਹੈ। ਡੀ ਦਾ ਮਤਲਬ ਕੀ ਹੋਇਆ, ਡੋਮੈਸਟਿਕ ਇਨਕਮ, ਜਾਂ ਫਿਰ ਜਿਹੜੀ ਆਪਣੇ ਇੰਡੀਆ ਦੇ ਵਿੱਚ ਪ੍ਰੋਡਿਊਸ ਹੋਣ ਵਾਲੀਆਂ ਗੁੱਡਸ ਐਂਡ ਸਰਵਿਸਿਜ਼ ਨੂੰ ਆਪਾਂ ਕੀ ਕਾਊਂਟ ਕਰਦੇ ਹਾਂ, ਡੋਮੈਸਟਿਕ ਇਨਕਮ 'ਚ ਕਾਊਂਟ ਕਰਦੇ ਹਾਂ। ਹੁਣ ਸਪੋਜ਼ ਕਰੋ ਚਾਹੇ ਇੰਡੀਆ ਦੀ ਕੰਪਨੀ ਨੇ ਆਸਟ੍ਰੇਲੀਆ ਦੇ ਵਿੱਚ ਜਾ ਕੇ ਕੁਝ ਪ੍ਰੋਡਿਊਸ ਕੀਤਾ ਹੈ, ਉਹਨੂੰ ਆਪਾਂ ਇੰਡੀਆ ਦੀ GDP 'ਚ ਕਾਊਂਟ ਨਹੀਂ ਕਰਾਂਗੇ। ਨੈਕਸਟ ਦੇਖਦੇ ਹਾਂ ਨੈਸ਼ਨਲ ਦੇ ਬਾਰੇ। ਹੁਣ ਜਦੋਂ ਆਪਾਂ ਨੈਸ਼ਨਲ ਦੀ ਵਾਰੀ ਆਉਂਦੀ ਹੈ ਇਸ 'ਚ ਕਨਸੈਪਟ ਥੋੜ੍ਹਾ ਡਿਫਰੈਂਟ ਹੋ ਜਾਂਦਾ ਹੈ। ਇਸ 'ਚ ਕੀ ਹੁੰਦਾ ਹੈ, ਹੁਣ ਸਪੋਜ਼ ਕਰੋ ਜਿਹੜੇ ਇੰਡੀਆ 'ਚ ਪ੍ਰੋਡਿਊਸ ਕਰ ਰਹੇ ਆ ਚੀਜ਼ਾਂ ਇੰਡੀਅਨ ਪੀਪਲ ਦੇ ਦੁਆਰਾ, ਉਹਨੂੰ ਤਾਂ ਆਪਾਂ ਕਾਊਂਟ ਕਰਾਂਗੇ GNP ਦੇ ਵਿੱਚ, GNP ਯਾਨੀ ਕਿ ਨੈਸ਼ਨਲ ਇਨਕਮ ਦੇ ਵਿੱਚ ਉਹਨੂੰ ਤਾਂ ਆਪਾਂ ਇਨਕਲੂਡ ਕਰਾਂਗੇ ਅਗਰ ਕੋਈ ਇੰਡੀਆ ਦੀ ਕੰਪਨੀ ਇੰਡੀਆ ਦੇ ਵਿੱਚ ਰਹਿ ਕੇ ਕੋਈ ਗੁੱਡ ਪ੍ਰੋਡਿਊਸ ਕਰਦੀ ਹੈ। ਹੁਣ ਸਪੋਜ਼ ਕਰੋ ਇੰਡੀਆ ਦੀ ਕੋਈ ਕੰਪਨੀ, ਇੰਡੀਆ ਦੀ ਕੋਈ ਕੰਪਨੀ ਇੱਥੇ ਆਸਟ੍ਰੇਲੀਆ 'ਚ ਪਲਾਂਟ ਹੈ, ਅਤੇ ਉਹ ਕੀ ਹੈ, ਉਹ ਇੰਡੀਆ ਦੇ ਰਹਿਣ ਵਾਲੇ ਬੰਦੇ ਨੇ ਅਤੇ ਉੱਥੇ ਜਾ ਕੇ ਆਪਣੀ ਇਨਕਮ ਪ੍ਰੋਡਿਊਸ ਕਰ ਰਹੇ ਨੇ, ਤਾਂ ਉਹਨੂੰ ਵੀ ਆਪਾਂ GNP 'ਚ ਗਿਣਾਂਗੇ ਇੰਡੀਆ ਦੀ। ਅਗਰ ਕੋਈ ਇੰਡੀਆ ਦਾ ਪਰਸਨ ਆਸਟ੍ਰੇਲੀਆ ਦੇ ਵਿੱਚ ਜਾ ਕੇ ਇਨਕਮ ਜਨਰੇਟ ਕਰ ਰਿਹਾ ਹੈ ਤਾਂ ਉਹਦੀ ਇਨਕਮ ਨੂੰ ਵੀ ਆਪਾਂ ਇੰਡੀਆ ਦੀ ਗ੍ਰੋਸ ਨੈਸ਼ਨਲ ਪ੍ਰੋਡਕਟ ਦੇ ਵਿੱਚ ਕਾਊਂਟ ਕਰਾਂਗੇ। ਸੋ ਇੰਡੀਆ ਦੀ GNP ਨੂੰ ਆਪਾਂ ਕੀ ਬੋਲਾਂਗੇ, ਇਹਦੇ ਵਿੱਚ ਉਹ ਸਾਰੀ ਆਪਾਂ ਇਨਕਮ ਇਨਕਲੂਡ ਕਰਾਂਗੇ ਜਿਹੜੀਆਂ ਕਿ ਡੋਮੈਸਟਿਕ ਟੈਰੀਟਰੀ ਦੇ ਅੰਦਰ ਰਹਿ ਕੇ ਪ੍ਰੋਡਿਊਸ ਕੀਤੀਆਂ ਗਈਆਂ ਨੇ ਬਾਏ ਇੰਡੀਅਨ ਰੈਜ਼ੀਡੈਂਸ ਲੋਕਾਂ ਦੇ ਨਾਲ, ਜਿਹੜੇ ਇੰਡੀਅਨ ਪੀਪਲ ਹੈ ਉਹਨਾਂ ਦੇ ਦੁਆਰਾ, ਅਤੇ ਬਾਕੀ ਕਿਸੇ ਹੋਰ ਕੰਟਰੀ 'ਚ ਜਿਹੜੇ ਆਪਣੇ ਇੰਡੀਆ ਦੇ ਲੋਕ ਰਹਿੰਦੇ ਆ ਉਹਨਾਂ ਦੀ ਜਿਹੜੀ ਇਨਕਮ ਹੈ ਉਹਨੂੰ ਵੀ ਆਪਾਂ GNP ਦੇ ਵਿੱਚ ਕਾਊਂਟ ਕਰਾਂਗੇ। ਆਈ ਹੋਪ ਤੁਹਾਨੂੰ ਡੀ ਤੇ ਐਨ ਦਾ ਮਤਲਬ ਸਮਝ ਲੱਗ ਗਿਆ ਹੋਊਗਾ। ਬਾਕੀ ਇਹਦੇ ਬਾਰੇ ਆਪਾਂ ਫਰਦਰ ਜਦੋਂ ਆਪਾਂ GDP GNP ਦਾ ਕੰਸੈਪਟ ਪੜਾਂਗੇ ਉਸ 'ਚ ਹੋਰ ਡੀਪ ਜਾਵਾਂਗੇ, ਲੇਕਿਨ ਹਜੇ ਲਈ ਤੁਸੀਂ ਇੰਨਾ ਯਾਦ ਰੱਖੋ ਕਿ ਜਿਹੜਾ ਡੀ ਹੈ ਡੋਮੈਸਟਿਕ ਹੈ ਉਹਦੇ ਵਿੱਚ ਆਪਾਂ ਸਿਰਫ ਇੰਡੀਆ ਦੇ ਵਿੱਚ ਪ੍ਰੋਡਿਊਸ ਹੋਣ ਵਾਲੀ ਚੀਜ਼ਾਂ ਦੀ ਇਨਕਮ ਨੂੰ ਕਾਊਂਟ ਕਰਾਂਗੇ, ਲੇਕਿਨ ਜਿਹੜਾ ਐਨ ਹੈ ਉਹਦੇ ਵਿੱਚ ਆਪਾਂ ਇੰਡੀਆ ਦੇ ਵਿੱਚ ਪ੍ਰੋਡਿਊਸ ਹੋਣ ਵਾਲਿਆਂ ਦਾ ਤਾਂ ਕਰਾਂਗੇ। ਬਾਕੀ ਕੋਈ ਅਗਰ ਇੰਡੀਅਨ ਕੰਪਨੀ ਕਿਸੇ ਹੋਰ ਕੰਟਰੀ ਦੀ ਟੈਰੀਟਰੀ 'ਚ ਜਾ ਕੇ ਵੀ ਇਨਕਮ ਜਨਰੇਟ ਕਰਦੀ ਹੈ ਜਾਂ ਇਨਵੈਸਟਮੈਂਟ ਕਰਕੇ ਉੱਥੋਂ ਇਨਕਮ ਜਨਰੇਟ ਕਰਦੀ ਹੈ ਉਹਨੂੰ ਵੀ ਆਪਾਂ GNP ਦੇ ਵਿੱਚ ਕਾਊਂਟ ਕਰਾਂਗੇ, ਨੈਸ਼ਨਲ ਦੇ ਵਿੱਚ ਕਾਊਂਟ ਕਰਾਂਗੇ। ਨੈਕਸਟ ਦੇਖਦੇ ਹਾਂ ਫੈਕਟਰ ਇਨਕਮ ਐਂਡ ਟਰਾਂਸਫਰ ਇਨਕਮ ਕੀ ਹੁੰਦਾ ਹੈ। ਹੁਣ ਦੇਖੋ ਜਦੋਂ ਤੁਸੀਂ ਕੋਈ ਪ੍ਰੋਡਕਸ਼ਨ ਕਰਦੇ ਹੋ ਤਾਂ ਤੁਸੀਂ ਪ੍ਰੋਡਕਸ਼ਨ ਕਰਨ ਵਕਤ ਖੁਦ ਸੋਚੋ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੁੰਦੀ ਹੈ। ਇੱਕ ਲੈਂਡ, ਹੁਣ ਲੈਂਡ ਦੇ ਉੱਪਰ ਕੰਮ ਕੌਣ ਕਰੂਗੀ, ਲੇਬਰ। ਫੈਕਟਰੀ ਨੂੰ ਚਲਾਉਣ ਲਈ ਆਪਾਂ ਨੂੰ ਕਿਹਦੀ ਜ਼ਰੂਰਤ ਹੈ, ਕੈਪੀਟਲ ਦੀ। ਜਿਹਦੀ ਫੈਕਟਰੀ ਹੋਊਗੀ ਉਹ ਆਪਣੇ ਘਰੋਂ ਜਿਹੜਾ ਪੈਸਾ ਲਗਾਊਗਾ ਆਪਾਂ ਉਹਨੂੰ ਕੈਪੀਟਲ ਕਹਿੰਦੇ ਆ। ਅਤੇ ਬਾਕੀ ਫਿਰ ਕੀ ਹੋ ਗਿਆ, ਐਂਟਰਪਰਾਈਜ਼ ਜਿਹੜੀ ਆਪਣੀ ਫੈਕਟਰੀ ਹੋ ਗਈ ਜਾਂ ਕੋਈ ਵੀ ਆਪਣਾ ਜਿਹੜਾ ਬਿਜ਼ਨਸ ਹੈ ਉਹ। ਹੁਣ ਜਿਹੜੀ ਇਨਕਮ ਇਸ ਚਾਰੋਂ ਫੈਕਟਰਾਂ ਤੋਂ ਪ੍ਰੋਡਿਊਸ ਹੁੰਦੀ ਹੈ ਉਹਨੂੰ ਆਪਾਂ ਕੀ ਕਹਿੰਦੇ ਆ, ਫੈਕਟਰ ਇਨਕਮ। ਲੈਂਡ ਤੋਂ ਕਿਵੇਂ ਪ੍ਰੋਡਿਊਸ ਹੋਊਗੀ, ਰੈਂਟ। ਲੇਬਰ ਨੂੰ ਕਿਵੇਂ ਇਨਕਮ ਜਨਰੇਟ ਹੁੰਦੀ ਹੈ, ਉਹਨਾਂ ਨੂੰ ਆਪਾਂ ਵੇਜਿਸ ਦਿੰਦੇ ਹਾਂ, ਉਹਨਾਂ ਲਈ ਜਿਹੜੀ ਇਨਕਮ ਹੋਗੀ। ਕੈਪੀਟਲ, ਆਪਾਂ ਜਦੋਂ ਬਿਜ਼ਨਸ 'ਚ ਪੈਸਾ ਲਗਾਉਂਦੇ ਹਾਂ ਤਾਂ ਆਪਾਂ ਉਹਨੂੰ ਉਹਦੇ ਉੱਪਰ ਇੰਟਰਸਟ ਮਿਲਦਾ, ਬਿਜ਼ਨਸ ਆਪਾਂ ਨੂੰ ਇੰਟਰਸਟ ਦਿੰਦਾ ਓਨਰ ਨੂੰ। ਐਂਟਰਪਰਾਈਜ਼ ਕੀ ਕਮਾਉਂਦੀ ਹੈ, ਪ੍ਰੋਫਿਟ, ਕੋਈ ਸਮਾਨ ਵੇਚ ਕੇ। ਸੋ ਇਹ ਜਿਹੜੇ ਚਾਰ ਹੈ ਜਦੋਂ ਪ੍ਰੋਡਕਸ਼ਨ ਦੇ ਫੈਕਟਰ ਹੈ ਚਾਰੋਂ, ਇਹ ਇਹਨਾਂ ਦੇ ਦੁਆਰਾ ਜਿਹੜੀ ਇਨਕਮ ਪ੍ਰੋਡਿਊਸ ਹੁੰਦੀ ਹੈ ਆਪਾਂ ਉਹਨੂੰ ਕੀ ਕਹਿੰਦੇ ਆ, ਫੈਕਟਰ ਇਨਕਮ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਕਿ ਫੈਕਟਰ ਇਨਕਮ ਕਿਹਨੂੰ ਕਹਿੰਦੇ ਆ। ਇਨਕਮ ਜਨਰੇਟਿਡ ਫਰੋਮ ਫੈਕਟਰਸ ਆਫ ਪ੍ਰੋਡਕਸ਼ਨ ਐਂਡ ਸਰਵਿਸਿਜ਼ ਲਾਈਕ ਰੈਂਟ, ਵੇਜਿਸ, ਇੰਟਰਸਟ ਐਂਡ ਪ੍ਰੋਫਿਟ, ਆਪਾਂ ਉਹਨਾਂ ਨੂੰ ਕੀ ਕਹਿੰਦੇ ਆ, ਫੈਕਟਰ ਇਨਕਮ ਕਹਿੰਦੇ ਆ। ਅਤੇ ਉਹ ਕਿਹਦੇ ਦੁਆਰਾ ਜਨਰੇਟ ਹੁੰਦੀਆਂ ਨੇ, ਲੈਂਡ ਦੇ ਦੁਆਰਾ, ਲੇਬਰ ਦੁਆਰਾ, ਕੈਪੀਟਲ ਦੁਆਰਾ ਅਤੇ ਐਂਟਰਪਰਾਈਜ਼ ਦੁਆਰਾ। ਆਈ ਹੋਪ ਤੁਹਾਨੂੰ ਇਹ ਸਮਝ ਲੱਗ ਗਿਆ ਹੋਊਗਾ। ਅਤੇ ਟਰਾਂਸਫਰ ਇਨਕਮ ਕੀ ਹੁੰਦੀ ਹੈ, ਇਨਕਮ ਜਨਰੇਟਿਡ ਵਿਦਾਊਟ ਪ੍ਰੋਵਾਈਡਿੰਗ ਐਨੀ ਪ੍ਰੋਡਕਟਿਵ ਸਰਵਿਸ ਇਨ ਰਿਟਰਨ। ਹੁਣ ਦੇਖੋ ਇਸ 'ਚ ਆਪਾਂ ਕੋਈ ਸਰਵਿਸ ਤਾਂ ਦੇ ਰਹੇ ਸੀ ਨਾ, ਹੁਣ ਤੁਸੀਂ ਆਪਣੀ ਲੈਂਡ ਦੇ ਰਹੇ ਹੋ ਤਾਂ ਹੀ ਤੁਹਾਨੂੰ ਰੈਂਟ ਮਿਲ ਰਿਹਾ ਹੈ, ਲੇਬਰ ਤੋਂ ਕੰਮ ਕਰਵਾ ਰਹੇ ਹੋ ਤਾਂ ਹੀ ਉਹਨੂੰ ਵੇਜਿਸ ਮਿਲ ਰਹੀਆਂ, ਠੀਕ ਹੈ ਨਾ। ਹੁਣ ਇਸ 'ਚ ਕੀ ਹੈ, ਇਸ 'ਚ ਆਪਾਂ ਨੂੰ ਕੋਈ ਸਰਵਿਸ ਨਹੀਂ ਦੇਣੀ ਪੈਂਦੀ, ਕੋਈ ਪ੍ਰੋਡਕਟ ਨਹੀਂ ਦੇਣਾ ਪੈਂਦਾ, ਲੇਕਿਨ ਤਾਂ ਵੀ ਆਪਾਂ ਨੂੰ ਫ੍ਰੀ ਆਫ ਕੋਸਟ ਇਨਕਮ ਜਨਰੇਟ ਹੋ ਰਹੀ ਹੈ। ਉਹ ਕਿਵੇਂ ਹੁੰਦੀ ਹੈ, ਸਰਕਾਰ ਪੈਨਸ਼ਨ ਦਿੰਦੀ ਹੈ
ਜਾਂ ਆਪਾਂ ਨੂੰ ਸਕੋਲਰਸ਼ਿਪ ਲੱਗ ਗਈ, ਉਹ ਵੀ ਫ੍ਰੀ ਆਫ ਕੋਸਟ ਹੁੰਦੀ ਹੈ। ਅਨਇੰਪਲੋਇਮੈਂਟ ਅਲਾਉੈਂਸ ਜਿਹੜਾ ਸਰਕਾਰ ਦਿੰਦੀ ਹੈ, ਜਾਂ ਫਿਰ ਤੁਹਾਨੂੰ ਘਰਦਿਆਂ ਤੋਂ ਪੋਕਟ ਮਨੀ ਮਿਲਦੀ ਹੈ ਵਿਦਆਊਟ ਕੋਈ ਕੰਮ ਕੀਤੇ, ਇਹ ਸਾਰੇ ਕੀ ਹੋ ਗਿਆ, ਟਰਾਂਸਫਰ ਇਨਕਮ ਹੋ ਗਿਆ। ਸੋ ਜਿਹੜੀਆਂ ਟਰਾਂਸਫਰ ਇਨਕਮ ਹੁੰਦੀਆਂ ਹੈ, ਜਦੋਂ ਆਪਾਂ ਕੋਈ ਵੀ ਕੈਲਕੂਲੇਸ਼ਨ ਕਰਦੇ ਹਾਂ, ਚਾਹੇ ਨੈਸ਼ਨਲ ਇਨਕਮ ਦੀ ਹੋ ਗਿਆ ਜਾਂ GDP ਹੋ ਗਿਆ, ਇਹਨਾਂ ਨੂੰ ਕੰਸੀਡਰਡ ਨਹੀਂ ਕਰਦੇ। ਆਪਾਂ ਹਮੇਸ਼ਾ ਜਿਹੜੀਆਂ ਫੈਕਟਰ ਇਨਕਮ ਹੁੰਦੇ ਆ ਇਹਨੂੰ ਹੀ ਕੰਸੀਡਰ ਕਰਦੇ ਆ ਉਹਦੇ ਵਿੱਚ। ਸੋ ਇਹ ਯਾਦ ਰੱਖਿਓ ਕਿ ਆਪਾਂ ਫੈਕਟਰ ਇਨਕਮ ਨੂੰ ਕਾਊਂਟ ਕਰਦੇ ਹਾਂ, ਨਾ ਕਿ ਟਰਾਂਸਫਰ ਇਨਕਮਸ ਨੂੰ। ਨੈਕਸਟ ਦੇਖਦੇ ਹਾਂ ਫਾਈਨਲ ਗੁੱਡਸ, ਇੰਟਰਮੀਡੀਏਟ ਗੁੱਡਸ, ਕੰਜ਼ੰਪਸ਼ਨ ਗੁੱਡਸ ਤੇ ਕੈਪੀਟਲ ਗੁੱਡਸ। ਹੁਣ ਦੇਖੋ ਆਪਾਂ 4 ਗੁੱਡਸ ਦੇ ਬਾਰੇ ਪੜਾਂਗੇ, ਕਿਹੜੀਆਂ ਹੁੰਦੀਆਂ ਨੇ ਤੇ ਕੈਲਕੂਲੇਸ਼ਨ ਦੇ ਵਿੱਚ ਆਪਾਂ ਕਿਹੜੀ ਗੁੱਡਸ ਨੂੰ ਯੂਜ਼ ਕਰਦੇ ਹਾਂ। ਹੁਣ ਫਾਈਨਲ ਗੁੱਡਸ, ਜਿਵੇਂ ਕਿ ਤੁਹਾਨੂੰ ਨਾਮ ਤੋਂ ਹੀ ਪਤਾ ਲੱਗ ਰਿਹਾ, ਜਿਹੜੀ ਆਖਰੀ ਗੁੱਡਸ ਹੁੰਦੀਆਂ ਨੇ, ਜਿਨ੍ਹਾਂ ਨੂੰ ਆਪਾਂ ਹੋਰ ਮੋਡੀਫਾਈ ਨਹੀਂ ਕਰ ਸਕਦੇ ਜਾਂ ਫਿਰ ਹੋਰ ਆਪਾਂ ਉਹਨਾਂ ਨੂੰ ਚੇਂਜ ਕਰਕੇ ਕੁਝ ਹੋਰ ਚੀਜ਼ ਨਹੀਂ ਬਣਾ ਸਕਦੇ। ਦੀਜ਼ ਆਰ ਦਾ ਗੁੱਡਸ ਵਿਚ ਕ੍ਰੋਸ ਦੀ ਬਾਉਂਡਰੀ ਲਾਈਨ ਆਫ ਪ੍ਰੋਡਕਸ਼ਨ, ਯਾਨੀ ਕਿ ਉਹਨਾਂ ਨੇ ਆਪਣੀ ਬਾਉਂਡਰੀ ਲਾਈਨ ਦੀ ਪ੍ਰੋਡਕਸ਼ਨ ਨੂੰ ਕੰਪਲੀਟ ਕਰ ਲਿਆ। ਦੀਜ਼ ਆਰ ਯੂਜ਼ਡ ਫॉर ਦਾ ਕੰਜ਼ੰਪਸ਼ਨ, ਆਪਾਂ ਉਹਨਾਂ ਨੂੰ ਕੰਜ਼ੰਪਸ਼ਨ ਲਈ ਯੂਜ਼ ਕਰ ਸਕਦੇ ਹਾਂ। ਦੀਜ਼ ਆਰ ਇਨਕਲੂਡ ਵਾਈਲ ਕੈਲਕੂਲੇਟਿੰਗ ਨੈਸ਼ਨਲ ਇਨਕਮ। ਸੋ ਜਿਹੜੀ ਫਾਈਨਲ ਗੁੱਡਸ ਹੁੰਦੀਆਂ ਨੇ, ਆਪਾਂ ਇਹਨਾਂ ਨੂੰ ਜਦੋਂ ਆਪਾਂ ਨੈਸ਼ਨਲ ਇਨਕਮ ਕਾਊਂਟ ਕਰਦੇ ਹਾਂ ਉਹਦੇ ਵਿੱਚ ਕੰਸੀਡਰਡ ਕਰਦੇ ਹਾਂ। ਸੋ ਯੈਸ, ਇਹ ਕੰਸੀਡਰਡ ਹੁੰਦੀਆਂ ਨੇ। ਫਾਈਨਲ ਗੁੱਡਸ ਦੀ ਐਗਜ਼ਾਮਪਲ ਤੁਸੀਂ ਲੈ ਲਓ ਕਾਰ। ਹੁਣ ਕਾਰ ਜਦੋਂ ਬਣ ਗਈ, ਸਾਰੀ ਪ੍ਰੋਡਕਸ਼ਨ ਹੋ ਜਾਂਦੀ ਹੈ। ਹੁਣ ਇਹ ਤਾਂ ਨਹੀਂਗਾ ਤੁਸੀਂ ਕਾਰ ਨੂੰ ਦੁਬਾਰਾ ਪ੍ਰੋਡਿਊਸ ਕਰ ਰਹੇ ਹੋ, ਉਹਦੇ ਵਿੱਚ ਜਦੋਂ ਤੁਹਾਡੇ ਕੋਲ ਕੋਈ ਫਾਈਨਲ ਚੀਜ਼ ਆ ਜਾਂਦੀ ਹੈ। ਸੋ ਕਾਰ ਕੀ ਹੋਇਆ, ਫਾਈਨਲ ਗੁੱਡ ਹੋ ਗਈ ਤੁਹਾਡੇ ਲਈ, ਅਗਰ ਤੁਸੀਂ ਉਹਨੂੰ ਪਰਸਨਲ ਯੂਜ਼ ਲਈ ਕਰ ਰਹੇ ਹੋ। ਮਿਲਕ ਲੈ ਲਓ, ਹੁਣ ਤੁਸੀਂ ਮਿਲਕ ਖਰੀਦ ਕੇ ਲੈ ਕੇ ਆਉਂਦੇ ਹੋ ਘਰ ਲਈ, ਡਾਇਰੈਕਟ ਉਹਨੂੰ ਪੀ ਲੈਂਦੇ ਹੋ ਉਬਾਲ ਕੇ, ਸੋ ਤੁਹਾਡੇ ਲਈ ਕੀ ਹੋ ਗਿਆ, ਇੱਕ ਫਾਈਨਲ ਗੁੱਡ ਹੋ ਗਿਆ। ਇੰਟਰਮੀਡੀਏਟਸ ਗੁੱਡਸ ਕੀ ਹੁੰਦੀ ਹੈ, ਦੀਜ਼ ਆਰ ਦਾ ਗੁੱਡਸ ਵਿਚ ਆਰ ਸਟਿਲ ਇਨ ਦਾ ਪ੍ਰੋਸੈਸ ਆਫ ਪ੍ਰੋਡਕਸ਼ਨ, ਕਿ ਉਹ ਹਜੇ ਵੀ ਪ੍ਰੋਡਕਸ਼ਨ ਦੇ ਪ੍ਰੋਸੈਸ 'ਚ ਹੁੰਦੀ ਹੈ। ਇੰਟਰਮੀਡੀਏਟ ਗੁੱਡਸ ਯਾਨੀ ਕਿ ਉਹ ਫਾਈਨਲ ਸਟੇਜ 'ਤੇ ਹਜੇ ਪਹੁੰਚੀਆਂ ਨਹੀਂ। ਦੀਜ਼ ਗੁੱਡਸ ਆਰ ਯੂਜ਼ਡ ਆਈਦਰ ਫॉर ਦਾ ਰੀਸੇਲ ਪਰਪਸ ਔਰ ਫॉर ਦੀ ਪ੍ਰੋਡਕਸ਼ਨ ਇਨ ਦਾ ਸੇਮ ਈਅਰ, ਜਾਂ ਤਾਂ ਫਿਰ ਆਪਾਂ ਉਹ ਗੁੱਡਸ ਨੂੰ ਇਸ ਲਈ ਪਰਚੇਸ ਕਰਦੇ ਹਾਂ ਤਾਂ ਕਿ ਆਪਾਂ ਅੱਗੇ ਉਹਨੂੰ ਵੇਚ ਕੇ ਇਨਕਮ ਜਨਰੇਟ ਕਰ ਸਕੀਏ, ਜਾਂ ਫਿਰ ਆਪਾਂ ਉਹਨੂੰ ਇਸ ਲਈ ਖਰੀਦਦੇ ਹਾਂ ਤਾਂ ਕਿ ਉਹਨੂੰ ਖਰੀਦ ਕੇ ਆਪਾਂ ਉਹਦੇ ਵਿੱਚ ਮੋਡੀਫਿਕੇਸ਼ਨ ਕਰਕੇ ਉਹਨੂੰ ਕੋਈ ਹੋਰ ਚੀਜ਼ ਬਣਾ ਕੇ ਫੇਰ ਵੇਚੀਏ। ਸੋ ਦੇਖੋ ਇੱਥੇ ਇਹਨਾਂ ਦੀ ਇੱਕ ਹੋਰ ਟਰਮ ਯੂਜ਼ ਕੀਤੀ ਹੈ, ਸੇਮ ਈਅਰ। ਸੇਮ ਈਅਰ ਦਾ ਮਤਲਬ ਕੀ ਹੋਇਆ, ਇੱਥੇ ਫਾਈਨੈਂਸ਼ੀਅਲ ਈਅਰ ਆਪਾਂ ਕਾਊਂਟ ਕਰਾਂਗੇ। ਫਾਈਨੈਂਸ਼ੀਅਲ ਈਅਰ ਕਿਹੜਾ ਹੁੰਦਾ ਹੈ, 1 ਅਪ੍ਰੈਲ ਤੋਂ ਲੈ ਕੇ ਟੂ 31 ਮਾਰਚ। ਜਿਹੜਾ 1 ਅਪ੍ਰੈਲ ਤੋਂ 31 ਮਾਰਚ ਦਾ ਹੁੰਦਾ ਪੀਰੀਅਡ, ਇਹ ਫਾਈਨੈਂਸ਼ੀਅਲ ਈਅਰ ਹੁੰਦਾ। ਆਪਾਂ ਜਿੰਨੀਆਂ ਵੀ ਕੈਲਕੂਲੇਸ਼ਨ ਕਰਦੇ ਹੁੰਦੇ ਆ ਇਸ ਦੇ ਬੇਸ ਤੇ ਕਰਦੇ ਹਾਂ। ਆਪਾਂ ਇਹ ਵਾਲੇ ਪੂਰੇ ਸਾਲ ਦੇ ਬੇਸ ਤੇ ਕੈਲਕੂਲੇਸ਼ਨ ਕਰਦੇ ਹਾਂ। ਜਿਹੜੀਆਂ ਵੀ ਐਂਟਰੀਆਂ 1 ਅਪ੍ਰੈਲ ਤੋਂ 31 ਮਾਰਚ ਦੇ ਵਿੱਚ ਹੋਈਆਂ ਹੁੰਦੀਆਂ ਨੇ, ਉਹਨੂੰ ਆਪਾਂ ਕੰਸੀਡਰ ਕਰਦੇ ਹਾਂ ਜਦੋਂ ਆਪਾਂ ਨੈਸ਼ਨਲ ਇਨਕਮ ਵਗੈਰਾ ਕੈਲਕੂਲੇਟ ਕਰਦੇ ਹਾਂ। ਸੋ ਸੇਮ ਈਅਰ ਦਾ ਮਤਲਬ ਇਹੀ ਹੋਇਆ ਕਿ ਇਹੀ ਸਾਲ ਦੇ ਵਿੱਚ ਇਹ ਗੁੱਡਸ ਨੂੰ ਆਪਾਂ ਨੇ ਖਰੀਦਿਆ ਹੋਇਆ, ਇੰਟਰਮੀਡੀਏਟ ਗੁੱਡਸ ਨੂੰ, ਤੇ ਇਹੀ ਸਾਲ 'ਚ ਆਪਾਂ ਨੇ ਉਹਨੂੰ ਕਿਤੇ ਰੀਸੈਲ ਕਰਤਾ ਜਾਂ ਫਿਰ ਉਹਨੂੰ ਮੋਡੀਫਾਈ ਕਰਤਾ। ਠੀਕ ਹੈ, ਤਾਂ ਇਸ ਲਈ ਆਪਾਂ ਉਹਨੂੰ ਇੰਟਰਮੀਡੀਏਟ ਗੁੱਡ ਕਾਊਂਟ ਕਰਦੇ ਹਾਂ। ਦੀਜ਼ ਆਰ ਨਾਟ ਇਨਕਲੂਡ ਇਨ ਨੈਸ਼ਨਲ ਇਨਕਮ, ਇਹ ਨੈਸ਼ਨਲ ਇਨਕਮ 'ਚ ਨਹੀਂ ਇਨਕਲੂਡ ਹੁੰਦੀਆਂ। ਕਿਉਂ? ਕਿਉਂਕਿ ਆਪਾਂ ਫਾਈਨਲ ਗੁੱਡਸ ਜਿਹੜੀਆਂ ਪ੍ਰੋਡਿਊਸ ਕਰਦੇ ਹਾਂ ਉਹ ਆਪਾਂ ਇੰਟਰਮੀਡੀਏਟ ਗੁੱਡਸ ਤੋਂ ਹੀ ਕਰਦੇ ਹਾਂ। ਸੋ ਜਦੋਂ ਆਪਾਂ ਫਾਈਨਲ ਗੁੱਡਸ ਨੂੰ ਇਨਕਲੂਡ ਕਰ ਲੈਂਦੇ ਹਾਂ ਨੈਸ਼ਨਲ ਇਨਕਮ 'ਚ, ਤਾਂ ਇਨਡਾਇਰੈਕਟਲੀ ਕੀ ਮਤਲਬ ਹੋਇਆ, ਜਿਹੜੀ ਉਹ ਕਦੇ ਗੁੱਡਸ ਇੰਟਰਮੀਡੀਏਟ ਸਟੇਜ ਦੇ ਵਿੱਚ ਸੀਗੀਆਂ, ਸੋ ਇੰਟਰਮੀਡੀਏਟ ਸਟੇਜ ਦੀ ਅਗਰ ਆਪਾਂ ਨੇ ਇਨਕਲੂਡ ਕਰ ਲਿਆ, ਫਿਰ ਤਾਂ ਡਬਲ ਇਫੈਕਟ ਹੋ ਜਾਊਗਾ। ਯਾਨੀ ਕਿ ਆਪਾਂ ਇਹਨੂੰ ਵੀ ਨੈਸ਼ਨਲ ਇਨਕਮ 'ਚ ਕਰ ਲਿਆ, ਤੇ ਜਦੋਂ ਆਪਾਂ ਨੇ ਇਹ ਤੋਂ ਫਾਈਨਲ ਗੁੱਡ ਬਣਾਈ ਉਦੋਂ ਵੀ ਕਰ ਲਿਆ, ਯਾਨੀ ਕਿ 2 ਵਾਰ ਇਨਕਲੂਡ ਹੋ ਗਈ। ਸੋ ਆਪਾਂ ਹਮੇਸ਼ਾ ਫਾਈਨਲ ਜਿਹੜੀ ਗੁੱਡ ਹੁੰਦੀ ਆ ਉਹਨੂੰ ਹੀ ਨੈਸ਼ਨਲ ਇਨਕਮ 'ਚ ਕਾਊਂਟ ਕਰਦੇ ਹਾਂ, ਤਾਂ ਕਿ ਜਿਹੜੀ ਇਹਦੀ ਐਂਟਰੀ ਹੈ ਡਬਲ ਵਾਰ ਨਾ ਹੋ ਜੇ। ਹੁਣ ਦੇਖੋ ਇਹਦੀ ਆਪਾਂ ਐਗਜ਼ਾਮਪਲ ਕੀ ਲੈ ਲੈਂਦੇ ਹਾਂ, ਮਿਲਕ ਲੈ ਲਓ। ਸਪੋਜ਼ ਕਰੋ ਹੁਣ ਆਪ ਮਿਲਕ ਹੈ, ਉਹ ਕੋਈ ਡਾਇਰੀ ਵਾਲਾ ਲੈ ਕੇ ਆਇਆ। ਹੁਣ ਡਾਇਰੀ ਵਾਲੇ ਲਈ ਕੀ ਹੋਇਆ, ਜਿਹੜਾ ਮਿਲਕ ਹੈ ਉਹ ਇੰਟਰਮੀਡੀਏਟ ਗੁੱਡ ਹੋਈ। ਕਿਉਂ? ਕਿਉਂਕਿ ਉਹ ਤੋਂ ਕੀ ਬਣਾਊਗਾ, ਪਨੀਰ ਬਣਾਊਗਾ। ਠੀਕ ਹੈ, ਮੱਖਣ ਵਗੈਰਾ ਬਣਾਊਗਾ ਉਹ ਤੋਂ। ਠੀਕ ਹੈ, ਉਹ ਤੋਂ ਬਾਕੀ ਹੋਰ ਚੀਜ਼ਾਂ ਪ੍ਰੋਡਿਊਸ ਕਰੂਗਾ ਤਾਂ ਕਿ ਉਹ ਕੰਜ਼ਿਊਮਰ ਨੂੰ ਦੇ ਸਕੇ ਕਿਸੇ ਹੋਰ ਫਾਰਮ 'ਚ। ਸੋ ਮਿਲਕ ਉਹਦੇ ਲਈ ਕੀ ਹੋਇਆ, ਇੰਟਰਮੀਡੀਏਟ ਗੁੱਡ ਹੋਇਆ। ਲੇਕਿਨ ਜਦੋਂ ਤੁਸੀਂ ਮਿਲਕ ਆਪਣੇ ਘਰ ਲਈ ਖਰੀਦ ਕੇ ਆਉਂਦੇ ਹੋ, ਤੁਹਾਡੇ ਲਈ ਕੀ ਹੋਇਆ, ਉਹ ਫਾਈਨਲ ਗੁੱਡ ਹੋਇਆ, ਕਿਉਂਕਿ ਤੁਸੀਂ ਉਹਨੂੰ ਡਾਇਰੈਕਟ ਪੀ ਲੈਂਦੇ ਹੋ। ਅੱਗੇ ਦੇਖੋ ਕੰਜ਼ੰਪਸ਼ਨ ਗੁੱਡਸ। These are the goods which satisfy the wants of the consumer directly. So consumption goods final goods ਹੋ ਜਾਂਦੀਆਂ ਨੇ ਜਿਹੜੀਆਂ ਕਿ ਕੋਈ ਕੰਜ਼ਿਊਮਰ ਦੀ ਸੈਟੀਸਫਾਈ ਕਰਦੀਆਂ ਨੇ ਵਾਂਟਸ ਨੂੰ। ਠੀਕ ਹੈ, ਹੁਣ ਤੁਹਾਨੂੰ ਕੋਈ ਭੁੱਖ ਲੱਗੀ ਹੈ, ਤੁਹਾਡੀ ਵਾਂਟ ਹੈਗੀ, ਤੁਹਾਡੀ ਭੁੱਖ ਮਿਟਾਉਣੀ ਹੈ ਤੁਹਾਨੇ। ਸੋ ਤੁਸੀਂ ਸਪੋਜ਼ ਕਰੋ ਮਿਲਕ ਪੀ ਲਿਆ। ਸੋ ਮਿਲਕ ਤੁਹਾਡੇ ਲਈ ਕੀ ਹੋ ਗਿਆ, ਇੱਕ ਕੰਜ਼ੰਪਸ਼ਨ ਗੁੱਡ ਹੋ ਗਿਆ ਕਿ ਤੁਸੀਂ ਡਾਇਰੈਕਟ ਲਿੱਤਾ ਐਂਡ ਉਹਨੂੰ ਪੀ ਲਿਆ। ਕੈਪੀਟਲ ਗੁੱਡਸ ਕੀ ਹੁੰਦੀਆਂ, ਦੀਜ਼ ਆਰ ਦਾ ਦੋਜ਼ ਗੁੱਡਸ ਵਿਚ ਹੈਲਪ ਇਨ ਪ੍ਰੋਡਕਸ਼ਨ ਆਫ ਦਾ ਅਦਰ ਗੁੱਡਸ ਐਂਡ ਸਰਵਿਸਿਜ਼। ਇਹ ਉਹ ਗੁੱਡਸ ਹੁੰਦੀਆਂ ਜਿਹੜੀ ਆਪਣੀ ਹੈਲਪ ਕਰਦੀਆਂ ਕਿਸੇ ਹੋਰ ਗੁੱਡ ਨੂੰ ਪ੍ਰੋਡਿਊਸ ਕਰਨ ਲਈ। ਸਪੋਜ਼ ਕਰੋ ਤੁਸੀਂ ਆਪਣੇ ਲਈ ਮਸ਼ੀਨ ਲੈ ਕੇ ਆਏ, ਬਿਸਕੁਟ ਬਣਾਉਣ ਦੀ ਕੋਈ ਮਸ਼ੀਨ ਲੈ ਕੇ ਆਏ, ਉਹ ਕੀ ਹੋਈ, ਕੈਪੀਟਲ ਗੁੱਡ ਹੋਈ। ਕਿਉਂ? ਤੁਸੀਂ ਉਹਦੇ ਦੁਆਰਾ ਕੀ ਕਰ ਰਹੇ ਹੋ, ਬਿਸਕਿਟ ਕ੍ਰੀਏਟ ਕਰ ਰਹੇ ਹੋ।
ਸੋ ਬਿਸਕੁਟ ਬਣਾਉਣ ਵਾਲੀ ਮਸ਼ੀਨ ਤੁਹਾਡੇ ਲਈ ਕੈਪੀਟਲ ਗੁੱਡ ਹੋਈ। ਇਹ ਮੈਂ ਤੁਹਾਨੂੰ ਐਗਜ਼ਾਮਪਲ ਦੇਣ ਲਈ ਦੱਸਿਆ ਕਿ ਮਸ਼ੀਨ ਅਗਰ ਆਪਾਂ ਲੈ ਕੇ ਆਉਂਦੇ ਹਾਂ ਕੋਈ ਹੋਰ ਚੀਜ਼ ਪ੍ਰੋਡਿਊਸ ਕਰਨ ਲਈ, ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਕੈਪੀਟਲ ਗੁੱਡ। ਅਤੇ ਜਿਹੜੀ ਕੈਪੀਟਲ ਗੁੱਡ ਹੁੰਦੀ ਹੈ ਇਹਦੇ ਉੱਪਰ ਕੀ ਪੈਂਦੀ ਹੁੰਦੀ ਹੈ, ਆਪਣੀ ਡੈਪਰੀਸ਼ੀਏਸ਼ਨ ਪੈਂਦੀ ਹੁੰਦੀ ਹੈ। ਉਹ ਮੈਂ ਤੁਹਾਨੂੰ ਅੱਗੇ ਟਰਮ ਪੜ੍ਹਾਊਂਗਾ ਡੈਪਰੀਸ਼ੀਏਸ਼ਨ ਦਾ ਮਤਲਬ ਕੀ ਹੁੰਦਾ ਹੈ। ਜਿਹੜੀ ਕੈਪੀਟਲ ਗੁੱਡ ਹੁੰਦੀ ਹੈ, ਮਸ਼ੀਨ ਹੁੰਦੀ ਹੈ, ਇਹ ਆਪਣੀ ਇੱਕ ਫਿਕਸ ਐਸੈਟ ਹੁੰਦੀਆਂ ਨੇ ਜਿਹਦੇ ਉੱਪਰ ਡੈਪਰੀਸ਼ੀਏਸ਼ਨ ਪੈਂਦੀ ਹੈ ਟਾਈਮ ਟੂ ਟਾਈਮ ਦੇ ਨਾਲ। ਨੈਕਸਟ ਦੇਖਦੇ ਹਾਂ ਗ੍ਰੋਸ ਇਨਵੈਸਟਮੈਂਟ, ਨੈਟ ਇਨਵੈਸਟਮੈਂਟ ਅਤੇ ਡੈਪਰੀਸ਼ੀਏਸ਼ਨ। ਹੁਣ ਆ ਗਿਆ ਗ੍ਰੋਸ ਇਨਵੈਸਟਮੈਂਟ। ਗ੍ਰੋਸ ਦਾ ਮਤਲਬ ਹੁੰਦਾ ਟੋਟਲ। ਟੋਟਲ ਯਾਨੀ ਕਿ ਇਸ 'ਚ ਆਪਾਂ ਸਾਰਾ ਕੁਝ ਇਨਕਲੂਡ ਕਰਦੇ ਹਾਂ। ਟੋਟਲ ਇਨਵੈਸਟਮੈਂਟ ਇਟ ਇਜ਼ ਦਾ ਟੋਟਲ ਐਡੀਸ਼ਨ ਮੇਡ ਟੂ ਕੈਪੀਟਲ ਸਟਾਕ ਆਫ ਦਾ ਇਕੋਨਮੀ ਇਨ ਏ ਗਿਵਨ ਪੀਰੀਅਡ। ਗਿਵਨ ਪੀਰੀਅਡ ਯਾਨੀ ਕਿ ਉਹੀ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਫਾਈਨੈਂਸ਼ੀਅਲ ਪੀਰੀਅਡ ਹੋ ਗਿਆ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਦੇ ਵਿੱਚ, ਕਿ ਆਪਾਂ ਉਹ ਸਾਲ ਦੇ ਵਿੱਚ ਜੋ ਵੀ ਇਨਵੈਸਟਮੈਂਟ ਕਰਦੇ ਹਾਂ ਉਹਨੂੰ ਆਪਾਂ ਕੀ ਮੰਨਦੇ ਹਾਂ, ਗ੍ਰੋਸ ਇਨਵੈਸਟਮੈਂਟ। ਹੁਣ ਸਪੋਜ਼ ਕਰੋ ਤੁਸੀਂ 1 ਅਪ੍ਰੈਲ 2019 ਟੂ 31 ਮਾਰਚ 2020 ਦਾ ਪੀਰੀਅਡ ਲਿੱਤਾ ਟਾਈਮ ਦਾ, ਠੀਕ ਹੈ। ਹੁਣ ਤੁਸੀਂ ਕੀ ਕੀਤਾ, ਤੁਹਾਡੇ ਬਿਜ਼ਨਸ ਨੇ ਕੀ ਕੀਤਾ, ਤੁਹਾਡੇ ਕੋਲ ਆਲਰੇਡੀ ਜਦੋਂ ਤੁਹਾਡਾ 1 ਅਪ੍ਰੈਲ ਨੂੰ ਤੁਹਾਨੇ ਜਦੋਂ ਕੈਲਕੂਲੇਸ਼ਨ ਸਟਾਰਟ ਕੀਤੀ, ਤੁਹਾਡੇ ਕੋਲ ਕੀ ਸੀਗਾ, ਤੁਹਾਡੇ ਬਿਜ਼ਨਸ 'ਤੇ ਤੁਹਾਡੀ ਜਿਹੜੀ ਕੈਪੀਟਲ ਸੀ ਕਿੰਨੀ ਸੀਗੀ, ਕੈਪੀਟਲ ਇਨਵੈਸਟਮੈਂਟ ਤੁਹਾਡੀ ਕਿੰਨੀ ਸੀਗੀ, 2 ਲੱਖ ਸੀਗੀ। ਲਗਾ ਲਓ ਕਿ ਮਸ਼ੀਨਸ ਹੈ ਜੋ ਕਿ ਐਸੈਟ ਹੁੰਦੀਆਂ ਨੇ, ਕਿ 2 ਲੱਖ ਦੀਆਂ ਤੁਹਾਡੇ ਬਿਜ਼ਨਸ 'ਚ ਐਸੈਟ ਸੀਗੀਆਂ। ਹੁਣ ਤੁਹਾਨੇ ਕੀ ਕੀਤਾ, ਦਸੰਬਰ 2019 'ਚ ਜਾ ਕੇ ਤੁਹਾਨੇ 1 ਲੱਖ ਦੀ ਮਸ਼ੀਨ ਹੋਰ ਲੈ ਲਈ, ਠੀਕ ਹੈ। ਜਨਵਰੀ 'ਚ ਜਾ ਕੇ ਤੁਹਾਨੇ ਬਿਜ਼ਨਸ ਲਈ ਕਾਰ ਲੈ ਲਈ 2 ਲੱਖ ਦੀ ਫੋਰ ਬਿਜ਼ਨਸ ਯੂਜ਼ ਲਈ, ਕਿਉਂਕਿ ਆਪਾਂ ਜਿਹੜੀ ਬਿਜ਼ਨਸ ਯੂਜ਼ ਲਈ ਚੀਜ਼ ਲੈਂਦੇ ਹਾਂ ਉਹਨੂੰ ਹੀ ਆਪਾਂ ਐਸੈਟ ਮੰਨਦੇ ਹਾਂ। ਸੋ ਤੁਹਾਨੇ ਕਾਰ ਲੈ ਲਈ ਫੋਰ ਬਿਜ਼ਨਸ ਯੂਜ਼, ਠੀਕ ਹੈ। ਤਾਂ ਹੁਣ ਤੁਹਾਡੇ ਕੋਲ ਸਪੋਜ਼ ਕਰੋ ਬਸ ਤੁਹਾਨੇ ਇਹੀ ਇਨਵੈਸਟਮੈਂਟ ਕੀਤਾ, ਅਤੇ ਹੁਣ ਤੁਸੀਂ ਕੈਲਕੂਲੇਸ਼ਨ ਕਰਨੀ ਹੈ 31 ਮਾਰਚ ਨੂੰ ਤੁਹਾਡੇ ਕੋਲ ਕੀ ਹੈ, ਕਿੰਨਾ ਹੋਇਆ, 2 + 1 3, 3 + 2 5 ਲੱਖ ਦੀ ਤੁਹਾਡੇ ਕੋਲ ਕੈਪੀਟਲ ਹੋ ਗਈ। ਤੁਹਾਡੇ ਕੋਲ ਸਟਾਰਟਿੰਗ 'ਚ ਕਿੰਨੀ ਕੈਪੀਟਲ ਸੀਗੀ, ਸਟਾਰਟਿੰਗ 'ਚ ਤੁਹਾਡੇ ਕੋਲ ਕੈਪੀਟਲ ਸੀ 2 ਲੱਖ, ਲੇਕਿਨ ਜਦੋਂ 31 ਮਾਰਚ 2020 ਨੂੰ ਆਏ ਤੁਸੀਂ ਕੈਲਕੂਲੇਸ਼ਨ ਕੀਤੀ ਕਿੰਨੀ ਕੈਪੀਟਲ ਹੋ ਗਈ ਤੁਹਾਡੇ ਕੋਲ, 5 ਲੱਖ। ਹੁਣ ਆਪਾਂ ਨੂੰ ਇੱਥੇ ਕੀ ਲਿਖਿਆ ਹੋਇਆ ਡੈਫੀਨੇਸ਼ਨ 'ਚ, ਇਟ ਇਜ਼ ਦਾ ਟੋਟਲ ਐਡੀਸ਼ਨ ਮੇਡ ਟੂ ਦਾ ਕੈਪੀਟਲ ਸਟਾਕ। ਹੁਣ ਟੋਟਲ ਐਡੀਸ਼ਨ ਕਿੰਨੀ ਹੋਈ, 3 ਲੱਖ। ਕਿਉਂ, 1 ਦਸੰਬਰ 'ਚ ਤੁਹਾਨੇ ਖਰੀਦੀ ਸੀਗੀ, 1 ਤੁਹਾਨੇ ਜਨਵਰੀ 'ਚ ਖਰੀਦੀ ਸੀ। ਸੋ ਇਹਦਾ ਆਨਸਰ ਕੀ ਆਊਗਾ, 3 ਲੱਖ। ਸੋ ਉਹ 3 ਲੱਖ ਨੂੰ ਆਪਾਂ ਕੀ ਕਵਾਂਗੇ, ਗ੍ਰੋਸ ਇਨਵੈਸਟਮੈਂਟ। ਆਈ ਹੋਪ ਤੁਹਾਨੂੰ ਇਹ ਕੰਸੈਪਟ ਕਲੀਅਰ ਹੋ ਗਿਆ ਹੋਊਗਾ। ਇਹਨੂੰ ਮੈਂ ਇਰੇਜ਼ ਕਰ ਦਿੰਦਾ। ਨੈਕਸਟ ਦੇਖਦੇ ਹਾਂ ਨੈਟ ਇਨਵੈਸਟਮੈਂਟ। ਇਟ ਇਜ਼ ਦਾ ਐਕਚੁਅਲ ਐਡੀਸ਼ਨ ਮੇਡ ਟੂ ਕੈਪੀਟਲ ਸਟਾਕ ਆਫ ਦਾ ਇਕੋਨਮੀ ਇਨ ਏ ਗਿਵਨ ਪੀਰੀਅਡ। ਹੁਣ ਜਿਹੜੀ ਐਕਚੁਅਲ ਐਡੀਸ਼ਨ ਹੋਈ ਹੈ ਉਹਨੂੰ ਆਪਾਂ ਕੈਲਕੂਲੇਟ ਕਰਾਂਗੇ। ਹੁਣ ਐਕਚੁਅਲ ਜਿਹੜੀ ਆਪਾਂ ਕਿੱਥੋਂ ਕੈਲਕੂਲੇਟ ਕਰਦੇ ਹਾਂ, ਟੋਟਲ ਦੇ ਵਿੱਚੋਂ ਹੀ। ਹੁਣ ਤੁਹਾਡੀ ਕੀ ਹੋਈ ਸੀ, ਟੋਟਲ ਲਗਾ ਲਓ ਤੁਹਾਡੀ 3 ਲੱਖ ਟੋਟਲ ਇਨਵੈਸਟਮੈਂਟ ਹੋਈ ਸੀਗੀ ਪਿਛਲੇ ਸਾਲ। ਹੁਣ ਆਪਾਂ ਇਹਦੀ ਐਕਚੁਅਲ ਕੱਢਣੀ ਹੈ। ਐਕਚੁਅਲ ਕਿਵੇਂ ਕੱਢੋਗੇ, ਹੁਣ ਜਿਹੜੀ ਤੁਹਾਡੀ ਮਸ਼ੀਨ ਤੁਹਾਡੇ ਕੋਲ ਪਹਿਲਾਂ ਪਈ ਸੀਗੀ 1 ਅਪ੍ਰੈਲ ਨੂੰ, 1 ਅਪ੍ਰੈਲ ਨੂੰ ਜਿਹੜੀ ਮਸ਼ੀਨ ਪਈ ਸੀ ਉਹ ਤੁਹਾਨੇ ਪੂਰਾ ਸਾਲ ਯੂਜ਼ ਕੀਤੀ 31 ਮਾਰਚ 2020 ਤੱਕ, ਅਤੇ ਬਾਕੀ ਜਿਹੜੀ ਦਸੰਬਰ ਦੀ ਸੀ ਉਹਨੂੰ ਵੀ ਯੂਜ਼ ਕੀਤਾ, ਜਨਵਰੀ 'ਚ ਖਰੀਦੀ ਸੀ ਉਹਨੂੰ ਵੀ ਯੂਜ਼ ਕੀਤਾ। ਅਤੇ ਜਦੋਂ ਆਪਾਂ ਯੂਜ਼ ਕਰਦੇ ਹਾਂ ਕੋਈ ਮਸ਼ੀਨ ਨੂੰ, ਜਦੋਂ ਕੋਈ ਆਪਾਂ ਐਸੈਟ ਨੂੰ ਯੂਜ਼ ਕਰਦੇ ਹਾਂ ਉਹਦੇ ਉੱਪਰ ਆਪਣਾ ਕੀ ਪੈਂਦੀ ਹੈ, ਡੈਪਰੀਸ਼ੀਏਸ਼ਨ। ਡੈਪਰੀਸ਼ੀਏਸ਼ਨ ਦਾ ਮਤਲਬ ਕੀ ਹੁੰਦਾ, ਇਟ ਇਜ਼ ਏ ਰਿਡਕਸ਼ਨ ਇਨ ਦਾ ਵੈਲਿਊ ਆਫ ਫਿਕਸ ਐਸੈਟ ਡਿਊ ਟੂ ਨੋਰਮਲ ਵੀਅਰ ਐਂਡ ਟੀਅਰ ਜਾਂ ਫਿਰ ਔਬਸੋਲੈਂਸ ਆਫ ਟੈਕਨੋਲੋਜੀ, ਕਿ ਟੈਕਨੋਲੋਜੀ ਉਹ ਆਊਟਡੇਟਿਡ ਹੋ ਗਈ ਤਾਂ ਆਪਣੀ ਮਸ਼ੀਨ ਦੀ ਵੈਲਿਊ ਘੱਟ ਗਈ, ਜਾਂ ਫਿਰ ਜਦੋਂ ਆਪਾਂ ਰੋਜ਼ ਡੇਲੀ ਬੇਸਿਸ ਦਾ ਕੰਮ ਕਰਦੇ ਹਾਂ ਤਾਂ ਆਪਣੀ ਵੀਅਰ ਐਂਡ ਟੀਅਰ ਦੇ ਕਰਕੇ ਡੈਪਰੀਸ਼ੀਏਸ਼ਨ ਪੈ ਗਈ ਐਸੈਟ ਦੇ ਉੱਪਰ। ਹੁਣ ਜਦੋਂ ਤੁਸੀਂ ਕੋਈ ਚੀਜ਼ ਨੂੰ ਯੂਜ਼ ਕਰ ਲੈਂਦੇ ਹੋ, ਹੁਣ ਆਪਣਾ ਫੋਨ ਲਗਾ ਲਓ, ਤੁਸੀਂ ਕੋਈ ਖਰੀਦਦੇ ਹੋ, ਸਾਲ ਬਾਅਦ ਆਪਾਂ ਕਹਿੰਦੇ ਹਾਂ ਨਾ ਯਾਰ ਇਹਦੀ ਤਾਂ ਵੈਲਿਊ ਘੱਟ ਗਈ, ਉਹ ਜਿਹੜੀ ਵੈਲਿਊ ਘੱਟ ਗਈ ਉਹਨੂੰ ਆਪਾਂ ਕੀ ਕਹਿੰਦੇ ਹਾਂ, ਡੈਪਰੀਸ਼ੀਏਸ਼ਨ, ਠੀਕ ਹੈ। ਹੁਣ ਜਦੋਂ ਤੁਸੀਂ ਮਸ਼ੀਨਸ ਦੀ ਕੈਲਕੂਲੇਸ਼ਨ ਕੀਤੀ, ਤੁਹਾਨੇ 3 ਲੱਖ ਦੀ ਐਡੀਸ਼ਨਲ ਕੈਪੀਟਲ ਦਾ ਕਾਊਂਟ ਕਰ ਲਈ, ਉਹਨੂੰ ਆਪਾਂ ਕੀ ਲੈ ਲਿਆ, ਗ੍ਰੋਸ ਇਨਵੈਸਟਮੈਂਟ। ਇਹਦੇ ਵਿੱਚੋਂ ਸਾਰਿਆਂ ਦੀ ਡੈਪਰੀਸ਼ੀਏਸ਼ਨ ਮਾਈਨਸ ਕਰ ਦਿਓ ਜਿੰਨੀ ਉਹਦੀ ਵੈਲਿਊ ਘਟੀ ਹੈ। ਡੈਪਰੀਸ਼ੀਏਸ਼ਨ ਸਪੋਜ਼ ਕਰੋ 50,000 ਟੋਟਲ ਪਈ ਆਪਾਂ ਨੂੰ, ਉਹ ਆਪਾਂ ਲੈਸ ਕਰਤੀ, ਕਿੰਨੀ ਵੈਲਿਊ ਰਹਿ ਗਈ, 2.5 ਲੱਖ। ਸੋ ਜਿਹੜਾ 2.5 ਲੱਖ ਆਇਆ ਇਹ ਆਪਣੀ ਕੀ ਆਈ ਹੈ, ਨੈਟ ਇਨਵੈਸਟਮੈਂਟ, ਕਿ ਐਕਚੁਅਲ ਐਡੀਸ਼ਨ ਆਪਣੇ ਕੋਲ 2.5 ਲੱਖ ਦੀ ਹੋਈ ਸਾਰਾ ਕੁਝ ਮਾਈਨਸ ਕਰਕੇ। ਸੋ ਫਾਰਮੂਲਾ ਕੀ ਬਣਦਾ ਹੈ ਨੈਟ ਇਨਵੈਸਟਮੈਂਟ ਦਾ, ਗ੍ਰੋਸ ਇਨਵੈਸਟਮੈਂਟ ਮਾਈਨਸ ਡੈਪਰੀਸ਼ੀਏਸ਼ਨ, ਜਿੰਨੀ ਉਹਦੀ ਡੈਪਰੀਸ਼ੀਏਸ਼ਨ ਪਈ ਹੈ।
आई होप ਤੁਹਾਨੂੰ ਇਹ ਕਲੀਅਰ ਹੋ ਗਿਆ ਹੋਊਗਾ। ਤੇ ਇੱਕ ਹੋਰ ਗੱਲ ਇਹਦੇ ਨਾਲ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਇਹ ਗ੍ਰੋਸ ਐਂਡ ਨੈਟ ਇਹ ਦੋਨੋਂ ਇੰਪੋਰਟੈਂਟ ਪਾਰਟ ਹੈ, ਤੇ ਡੈਪਰੀਸ਼ੀਏਸ਼ਨ ਵੀ ਜਦੋਂ ਆਪਾਂ ਨੈਸ਼ਨਲ ਇਨਕਮ ਹੋ ਗਿਆ, GDP ਹੋ ਗਿਆ, ਉਹ ਕਾਊਂਟ ਕਰਦੇ ਹਾਂ। ਕਿਉਂਕਿ ਆਪਾਂ ਜਿਹੜਾ G ਯੂਜ਼ ਕਰਦੇ ਹਾਂ GDP ਦੇ ਵਿੱਚ, ਉਹ ਜਿਹੜਾ G ਹੈ ਉਹ ਇਹੀ ਹੈ, ਗ੍ਰੋਸ ਇਨਵੈਸਟਮੈਂਟ ਵਾਲਾ ਗ੍ਰੋਸ। ਤੇ ਜਿਹੜਾ ਆਪਾਂ N ਯੂਜ਼ ਕਰਦੇ ਹਾਂ NDP ਦੇ ਵਿੱਚ, ਉਹ ਨੈਟ ਇਹੀ ਹੈ। ਜੇ ਤੁਹਾਨੂੰ G ਆਉਂਦਾ ਯਾਨੀ ਕਿ ਇਨਕਲੂਡਿੰਗ ਡੈਪਰੀਸ਼ੀਏਸ਼ਨ, ਅਗਰ N ਆਉਂਦਾ ਯਾਨੀ ਕਿ ਐਕਸਕਲੂਡਿੰਗ ਡੈਪਰੀਸ਼ੀਏਸ਼ਨ। ਨੈਟ ਫੈਕਟਰ ਇਨਕਮ ਫਰੋਮ ਅਬਰੋਡ, ਹੁਣ ਇੱਕ ਟਰਮ ਯੂਜ਼ ਕੀਤੀ ਜਾਂਦੀ ਹੈ ਨੈਟ ਫੈਕਟਰ ਇਨਕਮ ਫਰੋਮ ਅਬਰੋਡ, ਕਿ ਅਬਰੋਡ ਤੋਂ ਜਿਹੜੀ ਆਪਾਂ ਨੂੰ ਇਨਕਮ ਹੋਈ ਹੈ, ਫੈਕਟਰ ਇਨਕਮ ਹੋਈ ਹੈ, ਉਹ ਨੈਟ ਕਿੰਨੀ ਹੋਈ ਹੈ। ਜਿਹੜੀ ਨੈਟ ਇਨਕਮ ਹੈ, ਨੈਟ ਯਾਨੀ ਕਿ ਪਲੱਸ ਮਾਈਨਸ ਕਰਨ ਤੋਂ ਬਾਅਦ ਜਿਹੜਾ ਆਪਣੇ ਕੋਲ ਪਿੱਛੇ ਬਚਦਾ ਉਹਨੂੰ ਆਪਾਂ ਨੈਟ ਇਫੈਕਟ ਕਰਨੇ ਆ, ਗ੍ਰੋਸ ਹੁੰਦਾ ਟੋਟਲ। ਸੋ ਫੈਕਟਰ ਇਨਕਮ ਜਿਹੜੀ ਜਨਰੇਟ ਹੋਈ ਹੈ ਉਹਨੂੰ ਨੈਟ ਬਣਾਉਣ ਲਈ ਆਪਾਂ ਕੈਲਕੂਲੇਸ਼ਨ ਕਰਦੇ ਹਾਂ। ਨੈਟ ਫੈਕਟਰ ਇਨਕਮ ਫਰੋਮ ਅਬਰੋਡ ਇਜ਼ ਦਾ ਡਿਫਰੈਂਸ ਬਿਟਵੀਨ, ਹੁਣ ਫਾਰਮੂਲਾ ਦੇਖੋ ਕੀ ਹੈ, the factor income earned from abroad by normal residents of the country, say India। ਸਪੋਜ਼ ਕਰੋ ਆਸਟ੍ਰੇਲੀਆ ਦੇ ਵਿੱਚ ਆਪਣਾ ਕੋਈ ਬੰਦਾ ਰਹਿੰਦਾ, ਉਹਨੇ ਉੱਥੇ ਇਨਕਮ ਜਨਰੇਟ ਕੀਤੀ ਹੈ। ਆਸਟ੍ਰੇਲੀਆ ਦੇ ਵਿੱਚ ਕੋਈ ਆਪਣਾ ਇੰਡੀਅਨ ਬੰਦਾ ਰਹਿੰਦਾ ਹੈ, ਇੱਥੇ ਦੀ ਰੈਜ਼ੀਡੈਂਸ ਉਹਦੀ ਇੰਡੀਅਨ ਰੈਜ਼ੀਡੈਂਸ ਹੈ, ਉਹਨੇ ਉੱਥੇ ਜਾ ਕੇ ਕੋਈ ਇਨਕਮ ਜਨਰੇਟ ਕੀਤੀ ਹੈ, ਉਹਨੂੰ ਆਪਾਂ ਕੀ ਕਵਾਂਗੇ, ਫੈਕਟਰ ਇਨਕਮ ਫਰੋਮ ਅਬਰੋਡ। ਕਿ ਉਹ ਇਨਕਮ ਜਨਰੇਟ ਕਰਕੇ ਲੈ ਕੇ ਆਇਆ ਕਿੱਥੋਂ, ਫਰੋਮ ਅਬਰੋਡ ਤੋਂ। ਐਂਡ ਹੁਣ ਦੂਜਾ ਪਾਰਟ ਕੀ ਲਿਖਿਆ ਹੈ, ਲੈਸ ਦ ਫੈਕਟਰ ਇਨਕਮ ਅਰਨਡ ਬਾਈ ਨੋਨ ਰੈਜ਼ੀਡੈਂਟਸ ਇਨ ਦ ਡੋਮੈਸਟਿਕ ਟੈਰੀਟਰੀ ਆਫ ਦ ਕੰਟਰੀ। ਹੁਣ ਇੰਡੀਆ ਦੇ ਵਿੱਚ ਫੋਰਨਰ ਰਹਿੰਦਾ ਹੈ ਅਤੇ ਉਹਨੇ ਇਨਕਮ ਜਨਰੇਟ ਕੀਤੀ ਹੈ, ਸੋ ਉਹਦੀ ਇਨਕਮ ਨੂੰ ਆਪਾਂ ਕੀ ਕਵਾਂਗੇ, ਫੈਕਟਰ ਇਨਕਮ ਪੇਡ ਟੂ ਅਬਰੋਡ। ਕਿਉਂ, ਉਹਨੇ ਇੰਡੀਆ ਦੇ ਵਿੱਚ ਰਹਿ ਕੇ ਆਪਣੀ ਕੰਟਰੀ ਲਈ ਪੈਸਾ ਕਮਾਇਆ ਨਾ, ਕਿਉਂਕਿ ਉਹ ਇੰਡੀਆ ਦਾ ਰੈਜ਼ੀਡੈਂਟ ਪਰਸਨ ਨਹੀਂ ਹੈਗਾ। ਸੋ ਜਿਹੜਾ ਬੰਦਾ ਆਪਣਾ ਇੰਡੀਆ ਦਾ ਰੈਜ਼ੀਡੈਂਟ ਪਰਸਨ ਨਾ ਹੋਵੇ, ਉਹ ਫੋਰਨਰ ਹੋਵੇ, ਅਤੇ ਅਗਰ ਉਹ ਕੋਈ ਇਨਕਮ ਜਨਰੇਟ ਕਰਕੇ ਆਪਣੀ ਕੰਟਰੀ 'ਚ ਲੈ ਕੇ ਜਾਂਦਾ ਹੈ, ਉਹਨੂੰ ਆਪਾਂ ਕੀ ਕਹਿੰਦੇ ਹਾਂ, ਫੈਕਟਰ ਇਨਕਮ ਪੇਡ ਟੂ ਅਬਰੋਡ। ਕਿਉਂਕਿ ਆਪਾਂ ਨੇ ਇੰਡੀਆ ਵਾਲਿਆਂ ਨੇ ਉਹਨਾਂ ਨੂੰ ਪੈਸਾ ਦਿੱਤਾ ਹੈ ਜੋ ਕਿ ਇੰਡੀਆ ਦਾ ਬੰਦਾ ਨਹੀਂ ਹੈ, ਅਤੇ ਕੋਈ ਬਾਕੀ ਕੰਟਰੀ ਦੇ ਵਿੱਚ ਇੰਡੀਅਨ ਨੂੰ ਕੋਈ ਪੈਸਾ ਦਿੰਦਾ ਜਿਹੜਾ ਆਪਣੀ ਕੰਟਰੀ ਦਾ ਰੈਜ਼ੀਡੈਂਟ ਵਾਲਾ ਹੋਵੇ ਬੰਦਾ, ਸੋ ਉਹਨੂੰ ਆਪਾਂ ਕਹਿੰਦੇ ਹਾਂ ਫੈਕਟਰ ਇਨਕਮ ਫਰੋਮ ਅਬਰੋਡ, ਯਾਨੀ ਕਿ ਉਹ ਦੂਸਰੀ ਕੰਟਰੀ ਤੋਂ ਇਨਕਮ ਜਨਰੇਟ ਕਰਕੇ ਲੈ ਕੇ ਆ ਰਿਹਾ। ਸੋ ਇਹਨਾਂ ਦੋਨਾਂ ਦੇ ਡਿਫਰੈਂਸ ਨੂੰ, ਫੈਕਟਰ ਇਨਕਮ ਫਰੋਮ ਅਬਰੋਡ ਮਾਈਨਸ ਫੈਕਟਰ ਇਨਕਮ ਪੇਡ ਟੂ ਅਬਰੋਡ, ਨੂੰ ਆਪਾਂ ਕੀ ਕਹਿੰਦੇ ਹਾਂ, ਨੈਟ ਫੈਕਟਰ ਇਨਕਮ ਫਰੋਮ ਅਬਰੋਡ। ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਊਗਾ। ਫੈਕਟਰ ਇਨਕਮ ਫਰੋਮ ਅਬਰੋਡ ਲੈਸ ਫੈਕਟਰ ਇਨਕਮ ਪੇਡ ਟੂ ਅਬਰੋਡ ਨੂੰ ਆਪਾਂ ਕੀ ਕਹਿੰਦੇ ਹਾਂ, ਨੈਟ ਫੈਕਟਰ ਇਨਕਮ ਫਰੋਮ ਅਬਰੋਡ, ਕਿ ਨੈਟ ਆਪਾਂ ਕਿੰਨੀ ਲੈ ਕੇ ਆਏ ਪਲੱਸ ਮਾਈਨਸ ਕਰਕੇ। ਨੈਕਸਟ ਟਰਮ ਦੇਖੋ, ਫੈਕਟਰ ਕਾਸਟ, ਮਾਰਕੀਟ ਪ੍ਰਾਈਸ ਤੇ ਨੈਟ ਇਨਡਾਇਰੈਕਟ ਟੈਕਸ। ਇਹ ਵੀ ਬਹੁਤ ਇੰਪੋਰਟੈਂਟ ਪਾਰਟ ਹੈ। ਹੁਣ ਦੇਖੋ ਫੈਕਟਰ ਕਾਸਟ ਕੀ ਹੁੰਦੀ ਹੈ, ਇਟ ਇਜ਼ ਦ ਅਮਾਊਂਟ ਪੇਡ ਟੂ ਫੈਕਟਰ ਆਫ ਪ੍ਰੋਡਕਸ਼ਨ ਫॉर देयर ਕੰਟਰੀਬਿਊਸ਼ਨ ਇਨ ਦਾ ਪ੍ਰੋਡਕਸ਼ਨ ਪ੍ਰੋਸੈਸ। ਤੁਹਾਨੂੰ ਮੈਂ ਫੈਕਟਰ ਇਨਕਮ ਦੱਸੀ ਸੀ ਨਾ, ਉਹੀ ਫੈਕਟਰ ਕਾਸਟ ਹੁੰਦੀ ਹੈ। ਕੰਪਨੀ ਲਈ ਤਾਂ ਕਾਸਟ ਹੋ ਗਈ ਜਿਹੜਾ ਪੇ ਕਰ ਰਿਹਾ, ਇਟ ਇਜ਼ ਦ ਅਮਾਊਂਟ ਪੇਡ ਟੂ ਫੈਕਟਰ ਆਫ ਪ੍ਰੋਡਕਸ਼ਨ ਫॉर देयर ਕੰਟਰੀਬਿਊਸ਼ਨ ਇਨ ਦਾ ਪ੍ਰੋਡਕਸ਼ਨ ਪ੍ਰੋਸੈਸ। ਕਿਹੜੇ ਕਿਹੜੇ ਦੱਸੇ ਸੀ ਤੁਹਾਨੂੰ ਮੈਂ, ਲੈਂਡ, ਲੇਬਰ, ਕੈਪੀਟਲ ਤੇ ਐਂਟਰਪ੍ਰਾਈਜ਼, ਜਾਂ ਫਿਰ ਬਿਜ਼ਨਸ ਵਰਡ ਯੂਜ਼ ਕਰ ਸਕਦੇ ਹੋ, ਬਿਜ਼ਨਸ। ਸੋ ਇਹਨਾਂ ਨੂੰ ਜਿਹੜੀ ਵੀ ਆਪਾਂ ਅਮਾਊਂਟ ਪੇ ਕਰਦੇ ਹਾਂ ਉਹਨਾਂ ਨੂੰ ਕੀ ਕਹਿੰਦੇ ਹਾਂ ਆਪਾਂ, ਫੈਕਟਰ ਕਾਸਟ। ਜਦੋਂ ਆਪਾਂ GDP ਕੈਲਕੂਲੇਟ ਕਰਦੇ ਹਾਂ, ਆਪਾਂ ਨੂੰ ਕਈ ਵਾਰ ਲਿਖਿਆ ਹੁੰਦਾ ਹੈ GDP ਐਟ ਫੈਕਟਰ ਕਾਸਟ, GDP ਐਟ ਮਾਰਕੀਟ ਪ੍ਰਾਈਸ। ਸੋ ਇਹ FC ਦਾ ਮਤਲਬ ਜਿਹੜਾ ਇਹ ਉੱਥੇ FC ਲੱਗਿਆ ਹੁੰਦਾ ਉਹ ਇਹ ਫੈਕਟਰ ਕਾਸਟ ਹੁੰਦੀ ਹੈ। MP ਜਿਹੜਾ ਲੱਗਿਆ ਹੁੰਦਾ ਉਹ ਕੀ ਹੁੰਦਾ, ਮਾਰਕੀਟ ਪ੍ਰਾਈਸ। ਹੁਣ ਆਪਾਂ ਉਹਦੇ ਬਾਰੇ ਪੜ੍ਹਦੇ ਹਾਂ ਕੀ ਹੁੰਦਾ ਮਾਰਕੀਟ ਪ੍ਰਾਈਸ ਕੀ ਹੁੰਦਾ। ਇਟ ਇਜ਼ ਦਾ ਮਾਰਕੀਟ ਵੈਲਿਊ ਆਫ ਫਾਈਨਲ ਗੁਡਸ ਐਂਡ ਸਰਵਿਸਿਜ਼ ਪ੍ਰੋਡਿਊਸਡ। ਜਿਹੜੀਆਂ ਆਪਾਂ ਨੇ ਗੁਡਸ ਐਂਡ ਸਰਵਿਸਿਜ਼ ਆਪਣੀ ਡੋਮੈਸਟਿਕ ਟੈਰੀਟਰੀ ਦੇ ਵਿੱਚ ਰਹਿ ਕੇ ਪ੍ਰੋਡਿਊਸ ਕੀਤੀਆਂ ਨੇ, ਫਾਈਨਲ ਗੁਡਸ, ਮੈਂ ਤੁਹਾਨੂੰ ਦੱਸਿਆ ਸੀ ਨਾ ਫਾਈਨਲ ਗੁਡਸ ਨੂੰ ਆਪਾਂ ਨੈਸ਼ਨਲ ਇਨਕਮ ਦੇ ਵਿੱਚ ਕੈਲਕੂਲੇਟ ਕਰਦੇ ਹਾਂ। ਦੇਖੋ ਫਾਈਨਲ ਗੁਡਸ ਉਰੇ ਆ ਗਿਆ, ਇਟ ਇਜ਼ ਦਾ ਮਾਰਕੀਟ ਵੈਲਿਊ ਆਫ ਫਾਈਨਲ ਗੁਡਸ ਐਂਡ ਸਰਵਿਸਿਜ਼ ਪ੍ਰੋਡਿਊਸਡ, ਉਹਨੂੰ ਆਪਾਂ ਕੀ ਕਹਿੰਦੇ ਆ, ਮਾਰਕੀਟ ਪ੍ਰਾਈਸ। ਕਿਉਂਕਿ ਮਾਰਕੀਟ ਪ੍ਰਾਈਸ ਹੁਣ ਕਿਵੇਂ ਬਣਦਾ ਦੇਖੋ, ਇੱਕ ਤਾਂ ਜਿਹੜੀ ਫੈਕਟਰ ਕਾਸਟ, ਜਦੋਂ ਤੁਹਾਨੂੰ ਕੋਈ ਗੁੱਡ ਪ੍ਰੋਡਿਊਸ ਕੀਤੀ ਹੈ, ਗੁੱਡਸ ਨੂੰ ਪ੍ਰੋਡਿਊਸ ਕਰਨ ਦੀ ਤੁਹਾਡੀ ਸਪੋਜ਼ ਕਰੋ ਕਾਸਟ ਆਈ 100 ਰੁਪੀਜ਼ ਫੈਕਟਰ ਕਾਸਟ। ਹੁਣ ਜਦੋਂ ਫੈਕਟਰ ਕਾਸਟ ਕਰ ਲਈ, ਫਿਰ ਗੌਰਮੈਂਟ ਉਹਦੇ ਉੱਪਰ ਆਪਣੇ ਟੈਕਸਿਸ ਵੀ ਤਾਂ ਲਗਾਉਂਦੀ ਹੈ,
मैਨੂफैक्चर जो हो जाती है कोई चीज़, गौरमेंट अपने वो उपर इनडायरैक्ट टैक्सिस लगाती है, इनडायरैक्ट टैक्सिस। सपोज करो ये उपर लग गए 20 रुपीज़, तो फाइनल कितनी आ गई 120। ये जो 120 है ये की है MP मार्केट प्राइस, यह की हो गया इनडायरैक्ट टैक्स हो गए 20 रुपीज़ जोड़े हो गए अपने जी गौरमेंट इंपोज कर दी है, तो 100 की हो गया ये फैक्टर कॉस्ट। सो जी मार्केट प्राइस होंगी है वह फॉर्मूला की होंगे फैक्टर कॉस्ट प्लस नैट इनडायरैक्ट टैक्स। नैट इनडायरैक्ट टैक्स कितना सीगा 20, अपने को कितना आ गया 120 मार्केट प्राइस आ गया, तो फैक्टर कॉस्ट कितनी है 100। सो फैक्टर कॉस्ट के जो आप इनडायरैक्ट टैक्सिस ऐड कर दें अपने को आ जाता है मार्केट प्राइस। हुण देखो इत्थे इन्होंने वर्ड एक होर यूज़ किया है नैट इनडायरैक्ट टैक्स। नैट का मतलब की है, पहला देखो इनडायरैक्ट टैक्स का मतलब की होंदा है दीज आर दोज टैक्सिस विच आर इंपोज्ड बाय द गवर्नमेंट फॉर द प्रोडक्शन एंड सेल ऑफ गुड्स एंड सर्विसेज। ठीक है, सबसिडीज की होंदा है दिस इज़ द फाइनैंशियल हेल्प गिवन बाय द गवर्नमेंट टू द एंटरप्राइज फॉर द प्रोडक्शन ऑफ ए सर्टन कमोडिटी। हुण सपोज करो हुण आ जिहड़ी फर्म ने प्रोडक्शन की सीगी उन्होंने की किया 100 रुपीज़ तो सपोज करो वो फैक्टर कॉस्ट सी, तो जोड़ा वह इनडायरैक्ट टैक्स लगाया गवर्नमेंट ने इनिशियली कितना लगाया 50 रुपीज़ लगाया, लेकिन गवर्नमेंट ने नाल उन्होंने की देती छूट देती 30 रुपये की सबसिडी देती, क्योंकि वह कोई ऐसी गुड प्रोड्यूस करते सी जिहदे उपर गवर्नमेंट सबसिडी प्रोवाइड करते हैं, तो उन्होंने जोड़ा नैट इनडायरैक्ट टैक्स कितना रह गया 20 रुपीज़। सो इसलिए आपने उरे कितना लिखे 20। सो नैट इनडायरैक्ट का फॉर्मूला की होया इनडायरैक्ट टैक्स माइनस सबसिडीज़ इक्वल टू नैट इनडायरैक्ट टैक्स। यानी कि जिन्ना भी अपना खर्चा होंदा है, जिन्ना भी गवर्नमेंट अपने उपर खर्चा इंपोज करती है, ड्यूटी वगैरह लगाती है, लेकिन अपन वो बदले कोई छूट भी दे दी है, सबसिडीज़ दे दी है, जिमें अपन सिलेंडर के उपर सबसिडी मिलती है, उन्होंने जो आप लैस कर दें अपने को जी पिछे नैट अमाउंट बचती है उन्होंने आप कहते हैं नैट इनडायरैक्ट टैक्स, क्योंकि नैट जोड़ा होंदा है सारे कुछ कैलकुलेशन करने तो बाद होंदा है। आई होप थोनों ये अज दी सारी टर्म्स समझ लग गई होंगी जो भी मैं थोनों दसिया। अगर थोनों कोई भी ये डाउट आता होगा तो तुसीं मैनूं कमेंट करके जरूर दसना है, वो मैं थोनों नैक्सट वीडियो शुरू करने तो पहला डाउट क्लीयर कर देंगे। सो अज लई इन्ना ही। आई होप थोनों मेरा अज का लैक्चर अच्छा लग्या होगा। मैं थोड़े तो रिक्वेस्ट करदा कि तुसीं ये सारी टर्म्स नूं अच्छे तरीके नाल याद रखियो, क्योंकि आने वाला लैक्चर जिहड़ा होगा सारा यही बेस के उपर होगा, जिस नाल आपां नूं GDP GNP का मतलब की हुंदा है, किवें कैलकुलेट करते हैं, आपां नूं बिल्कुल भी प्रॉब्लम नहीं आऊगी। सो थैंक यू सो मच।